मेरा मुर्शिद सोना 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 मेरा। ਇਹ ਦੱਸਣਾ ਚਾਹਾਂਗੇ ਅਸੀਂ ਕਿ ਅਗਰ ਇਨਸਾਨ ਆਪਣੇ ਦਿਲ ਦੀ ਤਾਰ ਆਪਣੇ ਉਸ ਮਾਲਿਕ ਦੇ ਨਾਲ ਜੋੜ ਲਵੇ ਤਾਂ ਫਿਰ ਉਹਦੇ ਜੀਵਨ ਚੋਂ ਸਾਰੇ ਗਮ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹੈ। ਇੱਕ ਗੱਲ ਕਹਿਣੀ ਚਾਹਾਂਗੇ, ਕਈ ਆਂਦੇ ਆ ਨਾ ਉਹ ਲੰਗਰ ਛਕ ਕੇ ਚਲੇ ਜਾਂਦੇ ਹੈ, ਇਹਦਾ ਮਤਲਬ ਉਹਨਾਂ ਨੂੰ ਸਰੀਰ ਦੀ ਭੁੱਖ ਹੈ, ਬਸ ਆਪਣਾ ਭੋਜਨ ਕੀਤਾ ਚਾਹ ਪੀਤੀ ਚਲੇ ਗਏ। ਪਰ ਇੱਕ ਉਹ ਹੁੰਦੇ ਆਸ਼ਿਕ ਜਿਨ੍ਹਾਂ ਨੂੰ ਰੂਹ ਦੀ ਭੁੱਖ ਹੁੰਦੀ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਗਿਆਨ ਦੀ ਭੁੱਖ ਹੁੰਦੀ ਹੈ, ਜਿਨ੍ਹਾਂ ਨੂੰ ਉਹਦੀਆਂ ਰਹਿਮਤਾਂ ਦੀ ਭੁੱਖ ਹੁੰਦੀ ਹੈ, ਔਰ ਜਿਹੜੇ ਆਂਦੇ ਹੈ ਆ ਕੇ ਸਤਸੰਗ ਵਿੱਚ ਬਹਿੰਦੇ ਹੈ ਔਰ ਆਪਣੀ ਤਾਰ ਨੂੰ ਆਪਣੇ ਪ੍ਰਮਾਤਮਾ ਨਾਲ ਜੋੜ ਦਿੰਦੇ ਆ ਨਾ, ਫਿਰ ਉਹ ਜੀਵਨ 'ਚ ਉਹਨਾਂ ਦੀਆਂ ਸਾਰੀਆਂ ਭੁੱਖਾਂ, ਜਿੱਦਾਂ ਕਹਿੰਦੇ ਆ ਨਾ ਕਿ ਬਿਨ ਤੁਧ ਹੋਰ ਕੀ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ, ਫਿਰ ਇਨਸਾਨ ਦੀਆਂ ਸਾਰੀਆਂ ਭੁੱਖਾਂ ਹੀ ਉਤਰ ਜਾਂਦੀਆਂ ਹੈ, ਉਹਨੂੰ ਕਮੀ ਕੋਈ ਨਹੀਂ ਜੀਵਨ 'ਚ ਰਹਿੰਦੀ ਜਦੋਂ ਇਨਸਾਨ ਉਹਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਜਿਹਨੂੰ ਉਹਦੇ ਨਾਮ ਦੀ ਭੁੱਖ ਹੈ, ਜਿਹਨੂੰ ਆਪਣੇ ਪ੍ਰਭੂ ਦੀ ਰਹਿਮਤ ਦੀ ਭੁੱਖ ਹੈ ਕਿ ਹੈ ਪਰਮਾਤਮਾ ਇਹ ਜ਼ਰੂਰਤਾਂ, ਖਾਣੇ ਦੀ ਜ਼ਰੂਰਤ, ਪਾਣੀ ਦੀ ਜ਼ਰੂਰਤ, ਕੱਪੜੇ ਦੀ ਜ਼ਰੂਰਤ, ਚਾਹ ਦੀ ਜ਼ਰੂਰਤ, ਇਹ ਤਾਂ ਮੈਨੂੰ ਕਿਤੇ ਵੀ ਜ਼ਰੂਰਤ ਮੇਰੀ ਪੂਰੀ ਹੋ ਸਕਦੀ ਹੈ, ਪਰ ਸਤਸੰਗ 'ਚ ਬੈਠਣ ਦਾ ਮਤਲਬ ਹੈ ਜਿੱਥੇ ਮੇਰੀ ਰੂਹ ਦੀ ਜ਼ਰੂਰਤ ਪੂਰੀ ਹੋਣੀ ਹੈ, ਕਿਉਂਕਿ ਇਹ ਜ਼ਰੂਰਤ ਹਰ ਜਗ੍ਹਾ ਪੂਰੀ ਨਹੀਂ ਹੋ ਸਕਦੀ। ਜਰਾ ਸੋਚੋ, ਤੁਹਾਨੂੰ ਭੁੱਖ ਲੱਗੀ ਤੁਸੀਂ ਰੋਟੀ ਕਿਤੇ ਵੀ ਖਾ ਸਕਦੇ ਹੋ, ਪਰ ਜਦੋਂ ਸਾਡੀ ਰੂਹ ਨੂੰ ਜ਼ਰੂਰਤ ਹੈ ਉਹਦੀਆਂ ਰਹਿਮਤਾਂ ਦੀ, ਉਹਦੀਆਂ ਬਖਸ਼ਿਸ਼ਾਂ ਦੀ, ਉਹ ਗਿਆਨ ਦੀ, ਉਹ ਸੋਝੀ ਦੀ, ਉਹ ਸਮਝ ਦੀ, ਤਾਂ ਉਹ ਜ਼ਰੂਰਤ ਸਾਡੀ ਕੋਈ ਢਾਬਾ ਕੋਈ ਰੈਸਟੋਰੈਂਟ ਨਹੀਂ ਪੂਰੀ ਕਰ ਸਕਦਾ। ਉਹ ਤਾਂ ਜਦੋਂ ਸਾਨੂੰ ਮੌਕਾ ਮਿਲਦਾ ਹੈ ਕਿਸਮਤ ਦੇ ਨਾਲ ਫਕੀਰਾਂ ਗੁਰੂਆਂ ਰਹਿਬਰਾਂ ਦੇ ਦਰ ਤੇ ਜਾਣ ਦਾ, ਫਕੀਰਾਂ ਦੀ ਸੋਹਬਤ ਕਰਨ ਦਾ, ਤਾਂ ਫੇਰ ਹੀ ਇਨਸਾਨ ਦੀ ਰੂਹ ਦੀ ਉਹ ਭੁੱਖ ਉਤਰਦੀ ਹੈ। ਔਰ ਜਦੋਂ ਉਹ ਜ਼ਰੂਰਤ ਇਨਸਾਨ ਦੀ ਪੂਰੀ ਹੋ ਜਾਂਦੀ ਹੈ ਤਾਂ ਫਿਰ ਬਾਹਰਲੀਆਂ ਕਮੀਆਂ ਆਪਣੇ ਆਪ ਹੀ ਇਨਸਾਨ ਦੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਂਦੀਆਂ। ਕਿ ਜਦੋਂ ਇਨਸਾਨ ਦੀ ਤਾਰ ਆਪਣੇ ਮਾਲਿਕ ਨਾਲ ਜੁੜ ਜਾਂਦੀ ਹੈ ਨਾ, ਤਾਂ ਫਿਰ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ। ਜਿੱਦਾਂ ਬੁੱਲੇ ਸ਼ਾਹ ਦਾ ਇੱਥੇ ਬਚਨ ਸਾਨੂੰ ਯਾਦ ਆ ਰਿਹਾ ਹੈ, ਕਿਉਂਕਿ ਬੁੱਲੇ ਸ਼ਾਹ ਨੇ ਆਪਣੇ ਕਲਾਮ ਅੰਦਰ ਬੜੀ ਪਿਆਰੀ ਗੱਲ ਕਹੀ ਹੈ। ਬੁੱਲੇ ਸ਼ਾਹ ਕਹਿੰਦੇ ਕਿ ਜੋ ਜਾਰੀ ਜਗ ਦੇ ਨਾਲ ਲਾਵੇ, ਜੋ ਜਾਰੀ ਜਗ ਦੇ ਨਾਲ ਲਾਵੇ, ਉਹ ਦਰ ਦਰ ਧੱਕੇ ਖਾਵੇਗੀ, ਕਰ ਇਸ਼ਕ ਫਕੀਰਾਂ ਨਾਲ ਰੂਹੇ, ਤੇਰੀ ਗੱਲ ਬਿਗੜੀ ਬਣ ਜਾਵੇਗੀ। ਜਰਾ ਗੌਰ ਕਰਨਾ, ਬੁੱਲੇ ਸ਼ਾਹ ਦਾ ਕਲਾਮ ਹੈ। ਔਰ ਅਗਲੀ ਲਾਈਨ 'ਚ ਬੁੱਲੇ ਸ਼ਾਹ ਕੀ ਕਹਿੰਦੇ ਆ ਕਿ ਜੋ ਜਾਰੀ ਜਗ ਦੇ ਨਾਲ ਲਾਵੇ, ਉਹ ਦਰ ਦਰ ਧੱਕੇ ਖਾਵੇਗੀ, ਕਰ ਇਸ਼ਕ ਫਕੀਰਾਂ ਨਾਲ ਰੂਹੇ, ਤੇਰੀ ਗੱਲ ਬਿਗੜੀ ਬਣ ਜਾਵੇਗੀ। ਕਦੀ ਬੰਦ ਅੱਖੀਆਂ ਕਰ ਸੋਚੀ ਤੂੰ, ਕਦੀ ਬੰਦ ਅੱਖੀਆਂ ਕਰ ਸੋਚੀ ਤੂੰ, ਕੀ ਲੱਭਣਾ ਜਗ ਦੀਆਂ ਯਾਰੀਆਂ ਤੋਂ, ਲਾ ਯਾਰੀ ਨਾਲ ਫਕੀਰਾਂ ਦੇ ਤੇ ਆਪਣੀ ਮੰਜ਼ਿਲ ਪਾਵੇਂਗੀ। ਦੇਖੋ ਬੁੱਲੇ ਸ਼ਾਹ ਨੇ 4 ਲਾਈਨਾਂ 'ਚ ਇਹ ਰੂਹ ਨੂੰ, ਕਿਉਂਕਿ ਰੂਹ ਸਭ ਦੇ ਅੰਦਰ ਹੈ, ਇੱਥੇ ਗੱਲ ਸਰੀਰ ਦੀ ਨਹੀਂ ਹੋ ਰਹੀ ਕਿ ਜੇ ਬੰਦਾ ਕਹੇ ਕਿ ਬੁੱਲੇ ਸ਼ਾਹ ਕਹਿ ਰਹੇ ਕਿ ਲਾ ਯਾਰੀ ਨਾਲ ਫਕੀਰਾਂ ਦੇ ਤੇ ਆਪਣੀ ਮੰਜ਼ਿਲ ਪਾਵੇਂਗੀ, ਪਾਵੇਂਗੀ ਦਾ ਮਤਲਬ ਕਿ ਬੰਦਾ ਸੋਚੇ ਕਿ ਇਹ ਪਾਵੇਂਗੀ, ਤਾਂ ਬੰਦਾ ਹੁੰਦਾ ਤਾਂ ਉਹਨੂੰ ਕਹਿੰਦਾ ਪਾਵੇਂਗਾ। ਗਾ ਔਰ ਗੀ ਦੇ ਵਿੱਚ ਫਰਕ, ਪਰ ਉਹ ਰੂਹ ਦੀ ਗੱਲ ਕਰ ਰਹੇ, ਕਿਉਂਕਿ ਆਤਮਾ ਰੂਹ ਸਭ ਦੇ ਅੰਦਰ ਉਹੀ ਹੈ। ਉਹ ਆਪਣੀ ਰੂਹ ਨੂੰ ਇਸ਼ਾਰਾ ਕਰ ਰਹੇ, ਉਹ ਕਹਿੰਦੇ ਐ ਰੂਹੇ ਅਗਰ ਦੁਨੀਆ ਦੇ ਪਿੱਛੇ ਦੌੜੇਗੀ, ਜੋ ਜਾਰੀ ਜਗ ਦੇ ਨਾਲ ਲਾਵੇ, ਉਹ ਦਰ ਦਰ ਧੱਕੇ ਖਾਵੇਗੀ। ਕਹਿੰਦੇ ਜੇ ਦੁਨੀਆ ਪਿੱਛੇ ਤੂੰ ਦੌੜਦੀ ਰਹੀ, ਦੁਨੀਆ ਪਿੱਛੇ ਹੀ, ਪਦਾਰਥਾਂ ਪਿੱਛੇ ਹੀ ਜਾਂ ਸੰਸਾਰ ਦੇ ਨਾਲ ਹੀ ਯਾਰੀਆਂ ਲਾਂਦੀ ਰਹੇਗੀ, ਤਾਂ ਫਿਰ ਦਰ ਦਰ ਧੱਕੇ ਖਾਵੇਗੀ। ਕਹਿੰਦੇ ਨਾ ਗੁਰੂ ਰਹਿਬਰ ਕਿ ਫਿਰ 84 ਦੇ ਚੱਕਰ 'ਚ ਭਟਕਦੀ ਰਹੇਗੀ। ਪਰ ਜੇ ਤੂੰ ਲਾ ਯਾਰੀ ਨਾਲ ਫਕੀਰਾਂ ਦੇ, ਜਦੋਂ ਤੂੰ ਫਕੀਰਾਂ ਦੇ ਨਾਲ ਯਾਰੀ ਲਾਏਂਗੀ, ਤਾਂ ਫਿਰ ਉਹ ਦੱਸਦੇ ਆ। ਔਰ ਇੱਥੇ ਯਾਰੀ ਦਾ ਮਤਲਬ ਵੀ ਦੱਸ ਦਈਏ ਥੋੜਾ ਜਿਹਾ, ਕਿ ਯਾਰ ਦਾ ਮਤਲਬ ਦੋਸਤ ਵੀ ਹੁੰਦਾ ਹੈ। ਕੀ ਹੁੰਦਾ ਹੈ? ਦੋਸਤ। ਔਰ ਜਰਾ ਗੌਰ ਕਰਨਾ, ਸਹੀ ਮਾਇਨੇ 'ਚ ਦੋਸਤ ਕੌਣ ਹੁੰਦਾ ਹੈ? ਅਗਰ ਅਸੀਂ ਦੋਸਤ ਲਫ਼ਜ਼ ਨੂੰ ਦੇਖੀਏ ਤਾਂ ਸਹੀ ਮਾਇਨੇ 'ਚ ਦੋਸਤ ਕੌਣ ਹੁੰਦਾ ਹੈ? ਦੋਸਤ ਦਾ ਮਤਲਬ ਹੁੰਦਾ ਹੈ, ਕਿਉਂਕਿ ਦੋਸਤ 2 ਚੀਜ਼ਾਂ ਤੋਂ ਮਿਲ ਕੇ ਬਣਿਆ ਹੈ। ਜਰਾ ਦੇਖੋ ਦੋਸਤ ਵਿੱਚ ਕੀ ਕੀ ਆਂਦਾ ਹੈ? ਦੋਸ਼, ਪਹਿਲਾ ਲਫ਼ਜ਼ ਆਂਦਾ ਹੈ ਦੋਸ, ਫਿਰ ਅਸਤ, ਦੋਸਤ। ਅਗਰ ਦੇਖਿਆ ਜਾਵੇ, ਇਹਨੂੰ ਡਿਵਾਈਡ ਕੀਤਾ ਜਾਵੇ ਇਸ ਲਫ਼ਜ਼ ਨੂੰ, ਤਾਂ ਬਣਦਾ ਹੈ ਦੋਸ ਔਰ ਅਸਤ। यानी सही मायने च दोस्त वो हुंदा है जो साडे जीवन ਦੀਆਂ ਕਮੀਆਂ ਨੂੰ, जिन्ने भी साडे अंदर दोष है ना, जिन्नियां भी साडे अंदर कमियां है, जिन्नियां भी साडे अंदर बुराइयां है, जो उन्हां ਨੂੰ अस्त करदा चला जावे, खत्म करदा चला जावे, साडे जीवन चों कमियां दा सुधार करदा चला जावे, ਉਹ ऐसे ही मायने च साडा दोस्त। समझदे हो कि नहीं? जो अस्त कर देवे साडे अंदर दा, कहंदे ना भाई ਉਹਦੇ जीवन दा सूरत अस्त हो गया। अस्त होने दा मतलब है डुब गया, चला गया, खत्म हो गया। समझदे हो कि नहीं? ਹੁਣ ਕਈ ਵਾਰ ਅਸੀਂ ਕਿਹਨੂੰ ਦੋਸਤ ਕਹਿੰਦੇ ਆ? ਅਸੀਂ ਉਹਨੂੰ ਦੋਸਤ ਕਹਿੰਦੇ ਆ ਜਿਹੜਾ ਕਹਿੰਦਾ ਚੱਲ ਭਾਈਆ ਪੈਗ ਪੀ ਲੈ,
ਚੱਲ ਭਾਈ ਮੈਂ ਕਦੀ ਸਿਗਰਟ ਨਹੀਂ ਪੀਤੀ, ਪਰ ਚੱਲ ਤੂੰ ਕਦੀ ਸਿਗਰਟ ਨਹੀਂ ਪੀਤੀ, ਮੇਰੇ ਕਹਿਣ ਤੇ ਇੱਕ ਵਾਰੀ ਪੀ ਲੈ, ਮੇਰੇ ਕਹਿਣ ਤੇ ਨਸ਼ਾ ਕਰਕੇ ਦੇਖ ਲੈ। ਉਹ ਦੋਸਤ ਉਹ ਨਹੀਂ ਹੈ ਜੋ ਸਾਡੇ ਜੀਵਨ 'ਚ ਦੋਸ਼ ਵਧਾਉਂਦੇ ਚਲੇ ਜਾਣ, ਜੋ ਸਾਡੇ ਜੀਵਨ 'ਚ ਬੁਰਾਈਆਂ ਵਧਾਉਣ, ਜੋ ਸਾਨੂੰ ਬੁਰੀ ਸੋਭਤ ਵਿੱਚ ਲੈ ਕੇ ਜਾਣ, ਜੋ ਸਾਨੂੰ ਉਸ ਰਸਤੇ ਤੋਰਨ ਜਿਸ ਰਸਤੇ ਚੱਲ ਕੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇ। ਉਹ ਸਾਡਾ ਦੋਸਤ ਨਹੀਂ ਹੈ, ਉਹ ਤਾਂ ਸਾਡਾ ਕੌਣ ਹੈ? ਦੁਸ਼ਮਣ ਹੈ। ਕਿਉਂਕਿ ਦੁਸ਼ਮਣ ਦਾ ਕੰਮ ਹੁੰਦਾ ਖਤਮ ਕਰਨਾ, ਮਾਰਨਾ। ਤਾਂ ਜਦੋਂ ਕੋਈ ਬੁਰੀਆਂ ਆਦਤਾਂ ਸਾਨੂੰ ਲਾ ਦੇਵੇ, ਜੋ ਪਲ ਪਲ ਸਾਨੂੰ ਮਾਰਨ, ਜੋ ਸਾਡੀ ਜ਼ਿੰਦਗੀ ਨੂੰ ਬਰਬਾਦੀ ਦੀ ਤਰਫ ਲੈ ਜਾਣ, ਤਾਂ ਫਿਰ ਉਹ ਸਾਡਾ ਦੋਸਤ ਨਹੀਂ ਹੈ। ਉਹ ਸਮਝ ਲਓ ਦੋਸਤ ਦੇ ਭੇਸ਼ ਵਿੱਚ ਕਿਤੇ ਨਾ ਕਿਤੇ ਉਹ ਦੁਸ਼ਮਣ ਹੈ। ਕਹਿੰਦੇ ਨਾ ਘਰ ਕਾ ਭੇਦੀ ਲੰਕਾ ਢਾਵੇ। ਇਹ ਗੱਲ ਭਵਿਸ਼ਣ ਦੀ ਤਰਫ ਤਾਂ ਚਲੀ ਜਾਂਦੀ ਹੈ, ਪਰ ਕਈ ਇਦਾਂ ਦੇ ਹੁੰਦੇ ਆ ਸਾਡੇ ਜੀਵਨ 'ਚ ਕਿ ਜਿਹਨਾਂ ਨੂੰ ਅਸੀਂ ਆਪਣਾ ਸਮਝਦੇ ਹਾਂ। ਇਹ ਤਾਂ ਮੇਰਾ ਜਿਗਰੀ ਯਾਰ ਹੈ, ਇਹ ਤਾਂ ਮੇਰਾ ਬੜਾ ਪਿਆਰਾ ਰਿਸ਼ਤੇਦਾਰ ਹੈ। ਤਾਂ ਕਈ ਵਾਰ ਦੇਖਿਆ ਕਿ ਉਹ ਆਪਣੇ ਹੀ ਬੰਦੇ ਨੂੰ ਉਹ ਆਦਤਾਂ ਲਾ ਦਿੰਦੇ ਹੈ, ਉਸ ਰਸਤੇ ਤੋੜ ਦਿੰਦੇ ਆ ਜਿਸ ਰਸਤੇ ਚੱਲ ਕੇ ਉਹਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਹੈ, ਉਹਦਾ ਘਰ ਵੀ ਬਰਬਾਦ ਹੁੰਦਾ ਹੈ, ਔਰ ਆਪਣੇ ਰੱਬ ਦੀਆਂ ਰਹਿਮਤਾਂ ਤੋਂ, ਆਪਣੇ ਜੀਵਨ ਦੇ ਅਸਲੀ ਮਕਸਦ ਤੋਂ ਵੀ ਬੰਦਾ ਦੂਰ ਹੋ ਜਾਂਦਾ ਹੈ। ਇਸ ਲਈ ਅਸੀਂ ਕਹਾਂਗੇ ਉਹਨੂੰ ਦੋਸਤ ਮੰਨੋ ਕਿ ਜਿਹੜਾ ਤੁਹਾਡੇ ਅੰਦਰ ਕੋਈ ਕਮੀ ਦੇਖੇ ਨਾ, ਤੁਹਾਡੇ ਅੰਦਰ ਕੋਈ ਬੁਰਾਈ ਦੇਖੇ। ਫਰਜ਼ ਕਰੋ ਇੱਕ ਉਦਾਹਰਨ ਦੇ ਰਹੇ ਹਾਂ ਕਿ ਜੇ ਦੋਸਤ ਦੇਖੇ ਕਿ ਇਹਨੂੰ ਨਸ਼ਾ ਕਰਨ ਦੀ ਆਦਤ ਹੈ, ਤਾਂ ਦੋਸਤ ਉਹ ਹੋਏਗਾ ਜਿਹੜਾ ਜੀ ਜਾਨ ਲਗਾ ਦੇਗਾ ਕਿ ਕਿਸੇ ਤਰ੍ਹਾਂ ਆਪਣੇ ਦੋਸਤ ਨੂੰ ਨਸ਼ੇ ਚੋਂ ਕੱਢ ਲਵਾਂ। ਇਹ ਬੁਰੇ ਰਸਤੇ ਜਾ ਰਿਹਾ ਹੈ, ਕਿਸੇ ਤਰ੍ਹਾਂ ਇਹਨੂੰ ਬੁਰਾਈ ਤੋਂ ਰੋਕ ਲਵਾਂ, ਇਹਨੂੰ ਬੁਰੀਆਂ ਆਦਤਾਂ ਹੈ, ਕਿਸੇ ਤਰ੍ਹਾਂ ਮੈਂ ਜਾਨ ਲਗਾ ਦੇਵਾਂ ਆਪਣੇ ਇਸ ਦੋਸਤ ਨੂੰ ਇਹ ਬੁਰਾਈ ਰੂਪੀ ਦਲਦਲ ਚੋਂ ਕੱਢਣ ਦੀ, ਤਾਂ ਕਿ ਮੇਰੇ ਦੋਸਤ ਦੀ ਜ਼ਿੰਦਗੀ ਬਚ ਸਕੇ, ਇਹਦਾ ਜੀਵਨ ਬਚ ਸਕੇ। ਇਹ ਹੈ ਦੋਸਤ ਜੋ ਸਾਡੇ ਜੀਵਨ ਦੇ ਦੋਸ਼ਾਂ ਨੂੰ, ਸਾਡੇ ਜੀਵਨ ਦੀਆਂ ਬੁਰਾਈਆਂ ਨੂੰ, ਸਾਡੇ ਜੀਵਨ ਦੀਆਂ ਕਮੀਆਂ ਨੂੰ ਅਸਤ ਕਰ ਦੇਵੇ, ਖਤਮ ਕਰ ਦੇਵੇ। ਇਹਨੂੰ ਕਹਿੰਦੇ ਦੋਸਤ। ਇਸ ਲਈ ਇੱਥੇ ਬੁੱਲੇ ਸ਼ਾਹ ਜਦੋਂ ਯਾਰ ਦੀ ਗੱਲ ਕਰਦੇ ਆ ਨਾ, ਤਾਂ ਯਾਰ ਦਾ ਮਤਲਬ ਵੀ ਦੋਸਤ ਹੁੰਦਾ ਹੈ। ਹੁਣ ਜ਼ਰਾ ਸੋਚ ਕੇ ਦੇਖੋ ਸਹੀ ਮਾਇਨੇ 'ਚ ਸਾਡਾ ਦੋਸਤ ਕੌਣ ਹੈ? ਅਗਰ ਦੇਖਿਆ ਜਾਵੇ ਤਾਂ ਗੁਰੂ ਰਹਿਬਰ, ਉਹ ਪੀਰ ਫਕੀਰ, ऐसी कुछ भी कह लिए, चाहे अवतार कह लिए, चाहे पैगंबर कह लिए, चाहे गुरु कह लिए, यानी इशारा और रब दे प्यारे तरफ ही है कि वो सानू उस रास्ते चलाते हैं जिस रास्ते साडियां कमियां दूर होंदियां है और साडे अंदर गुण पैदा होंदे हैं, साडे अंदर खूबियां पैदा होंदियां है। समझदे हो कि नहीं? इहनूं इदां समझ लो कि गुरु एक मूर्तिकार की तरह होंदा है। जिस तरह से एक घटना दसी दी है कि इटली दे विच ना बहुत महान मूर्तिकार होया जिहदा नाम सी माइकल एंजलो। की नाम सी ओहदा? माइकल एंजलो। बहुत मशहूर मूर्तिकार सी। अज ओहदी मूर्ति की कीमत लाखां यूरो है, क्योंकि हुण ओह दुनिया ते नहीं है, पर वो इन्ना मशहूर है कि ओहदी अज कोई ओहदी मूर्ति खरीदनी हो तो लाखां यूरो ओहदी मूर्ति की कीमत है। क्योंकि कुछ कलाकार ऐसे होए है जिद्दां पिकासो स्पेन के अंदर होए है, चित्रकार, उन्होंने पेंटिंग भी बड़ी कीमती मनी जाती है। इस तरह माइकल एंजलो, तो उन्होंने जीवन की बड़ी प्यारी घटना है कि माइकल एंजलो ना एक दिन एक दुकान के मोड़ की गुजर रहे हैं, एक दुकान के मोड़ की गुजर रहे है। तो दुकान के मोड़ की गुजरे, वो दुकान सी जिथे पत्थर रखे जाते सी, होर मूर्तियां रखिया जांदियां सी। क्योंकि तुसीं देखदे हो ना कई दुकानां हुंदियां उत्थे इदां दा समान मिलदा जिथे पत्थरां दी मूर्ति मिलदी है, या होर एंटीक पीस रखे हुंदे है, अंदर सजावट का समान रखिया हुंदा है। माइकल एंजलो गुजर रहा सी, तो वह दुकानदार नूं पता नहीं सी उहदे बारे, क्योंकि उस वेले इन्नियां फोटोआं भी नहीं हुंदियां सी। अजकल तो बंदे ने किसी की भी जानकारी लैनी हो तो मोबाइल से फटाफट बंदा सर्च करता, तो उसकी तस्वीर, उसकी बायोग्राफी, बायोडाटा सारा सामने आ जाता है कि बंदा कौन है, रहिंदा कित्थे है, किद्दां नहीं है। पर उस वेले इन्ना जानकारी नहीं हुंदी सी, कोई दसे तो फिर ही पता लगता सी, नहीं तो बंदा सामने भी खड़ा हो तो पछाण ही नहीं हुंदी सी कौन है। सो माइकल एंजलो उसकी दुकान के मोड़ दी लंघ रहे हैं। वो दुकान के बाहर माइकल एंजलो ने की देखिया, एक पत्थर पिया है। की पिया है? एक पत्थर, पर पत्थर इतना टेढ़ा जिहा है, टेढ़ा जिहा पत्थर है। एक तो होंदा बिल्कुल सीधा, बिल्कुल साफ, चाहे इदां चाहे इदां, बिल्कुल साफ। एक हुंदा इदां कोई तिरछा जिहा पत्थर है। माइकल एंजलो रुक गए और उस पत्थर नूं देखण लग गए। जदों देखिया उस पत्थर नूं गौर नाल, तां दुकानदार दी नज़र गई कि कोई आदमी है जिहड़ा पत्थर नूं बड़े गौर नाल देख रहा है। तो उसने, दुकानदार ने पूछा, हाँ जी सर दसो की देख रहे हो? तो माइकल एंजलो ने कहा, ये पत्थर नूं देख रहा हाँ, मैं पत्थर खरीदना चाहता। तो दुकानदार ने पता की किया, कहना मारे ये बेकार जिहा पत्थर है, ये पत्थर बेकार है, टेढ़ा मेढ़ा पत्थर बेकार है। दरअसल मैं जिथों समान चकदा है ना, उन्होंने कोल पिया सी, उन्होंने उद्दी भेज दिता कि लै जा, मुफ्त विच ही लै जा, क्योंकि साडे इत्थे गोदाम विच इन्हां जगह घेरी हुई है, तू दुकान ते रख, तेरा भी निकलदा उद्दी तोड़ दे। इसलिए ये पत्थर बड़ा
ਟੇਢਾ ਮੇਢਾ ਹੋਣ ਕਰਕੇ ਕਿਸੇ ਕੰਮ ਦਾ ਨਹੀਂ ਹੈ। ਉਹ ਮਾਈਕਲ ਐਂਜਲੋ ਨੇ ਜਦੋਂ ਗੱਲ ਸੁਣੀ ਉਹਦੀ ਹੈਰਾਨ ਰਹਿ ਗਏ। ਕਮਾਲ ਦੀ ਗੱਲ ਹੈ, ਦੁਕਾਨਦਾਰ ਦਾ ਪੱਥਰ ਹੈ ਔਰ ਇਹਨੂੰ ਪਤਾ ਹੀ ਨਹੀਂ ਕਿ ਇਹਦੀ ਕੀਮਤ ਕੀ ਹੈ। ਔਰ ਮੈਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਮੈਨੂੰ ਸਮਝ ਆ ਗਈ ਇਹਦਾ ਕੀ ਬਣ ਸਕਦਾ ਹੈ। ਫਿਰ ਹੁਣ ਗੌਰ ਕਰਨਾ, ਦੁਕਾਨਦਾਰ ਉਸੇ ਪੱਥਰ ਨੂੰ ਕੀ ਕਹਿ ਰਿਹਾ ਹੈ? ਬੇਕਾਰ। ਹੁਣ ਇੱਥੇ ਤੁਹਾਨੂੰ ਵੀ ਥੋੜਾ ਥੋੜਾ ਇਹ ਕਹਾਣੀ ਨੂੰ ਵੀ ਸਮਝਣਾ, ਨਾਲ ਨਾਲ ਆਪਣੇ ਜੀਵਨ ਨੂੰ ਵੀ ਸਮਝਣਾ ਹੈ। ਕਈ ਵਾਰ ਨਾ ਕਿਉਂ ਬੁੱਲੇ ਸ਼ਾਹ ਕਹਿੰਦੇ ਆ ਕਿ ਮੁਰਸ਼ਦ ਨਾਲ ਯਾਰੀ ਲਾ, ਫਕੀਰਾਂ ਨਾਲ ਯਾਰੀ ਲਾ? ਕਾਰਨ ਕੀ ਹੈ ਕਿ ਕਈ ਵਾਰ ਇਨਸਾਨ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਅੰਦਰ ਕਿਹੜੇ ਗੁਣ, ਕਿਹੜੀਆਂ ਸ਼ਕਤੀਆਂ, ਕਿਹੜੀਆਂ ਤਾਕਤਾਂ ਛੁਪੀਆਂ ਹੋਈਆਂ ਹੈ। ਪਰ ਜਦੋਂ ਉਹ ਮੁਰਸ਼ਿਦ ਨਾਲ ਜੁੜਦਾ ਹੈ, ਗੁਰੂ ਨਾਲ ਜੁੜਦਾ ਹੈ, ਤਾਂ ਗੁਰੂ ਉਹਦੇ ਅੰਦਰ ਜਾਣਦਾ ਹੈ ਕਿ ਪਰਮ ਪਿਤਾ ਪਰਮਾਤਮਾ, ਉਹ ਪ੍ਰਭੂ, ਉਹ ਈਸ਼ਵਰ, ਉਹ ਅੱਲਾਹ ਭਗਵਾਨ ਇਹਦੇ ਰੋਮ ਰੋਮ ਚ ਵਸਿਆ ਹੈ। ਇਹ ਅੱਜ ਪੱਥਰ ਹੈ, ਪਰ ਅਗਰ ਇਹਨੂੰ ਤਰਾਸ਼ਿਆ ਜਾਵੇ ਤਾਂ ਇਹਦੇ ਅੰਦਰੋਂ ਵੀ ਭਗਵਾਨ ਪ੍ਰਗਟ ਹੋ ਸਕਦਾ ਹੈ। ਹੋ ਸਕਦਾ ਕਿ ਨਹੀਂ? ਤੁਸੀਂ ਕੋਈ ਵੀ ਪੱਥਰ ਲਿਓ, ਕਿਸੇ ਮੂਰਤੀਕਾਰ ਨੂੰ ਕਹੋ ਲੈ ਵੀ ਭਾਈ ਇਹਦੇ ਅੰਦਰ ਭਗਵਾਨ ਦੀ ਮੂਰਤੀ ਬਣਾ ਦੇ, ਤਾਂ ਜਿਹਦੇ ਕੋਲ ਕਲਾ ਹੈ ਨਾ, ਉਹ ਸੈਣੀ ਥੋੜਾ ਲੈ ਕੇ ਬੇਕਾਰ ਨੂੰ ਝਾੜੇਗਾ ਤਾਂ ਅੰਦਰੋਂ ਮੂਰਤੀ ਨੂੰ ਲੈ ਆਏਗਾ। ਇਦਾਂ ਹੀ ਸਮਝ ਲਓ ਕਿ ਤੁਹਾਡੇ ਸਭ ਦੇ ਅੰਦਰੋਂ ਭਗਵਾਨ ਪਰਮਾਤਮਾ ਪ੍ਰਭੂ ਦੀ ਮੂਰਤੀ, ਯਾਨੀ ਉਹ ਪਰਮਾਤਮਾ ਮੌਜੂਦ ਹੈ, ਪਰ ਬੇਕਾਰ। ਬੇਕਾਰ ਦਾ ਮਤਲਬ ਸਾਡੀਆਂ ਬੁਰੀਆਂ ਆਦਤਾਂ, ਕਈ ਕਿਸਮ ਦਾ ਉਹ ਬੇਕਾਰ ਸਾਡੇ ਅੰਦਰ ਇਕੱਠਾ ਹੋ ਚੁੱਕਾ ਹੈ, ਜਿਹਦੇ ਕਰਕੇ ਭਗਵਾਨ ਦੀ ਛਵੀ ਨਜ਼ਰ ਨਹੀਂ ਆ ਰਹੀ। ਅਗਰ ਉਹ ਵਿਅਰਥ ਹਟ ਜਾਵੇ, ਉਹ ਝਾੜ ਦਿੱਤਾ ਜਾਵੇ ਵਿਅਰਥ ਨੂੰ, ਤਾਂ ਫਿਰ ਤੁਹਾਡੇ ਅੰਦਰ ਉਹ ਪਰਮਾਤਮਾ ਹੈ, ਉਹ ਪ੍ਰਭੂ ਹੈ, ਉਹ ਪ੍ਰਗਟ ਹੋ ਸਕਦਾ ਹੈ। ਜਰਾ ਸਮਝਣਾ ਸਾਰਿਆਂ ਨੇ, ਇਹਨੂੰ ਇਦਾਂ ਸਮਝ ਲਓ, ਇਹਨੂੰ ਇਦਾਂ ਸਮਝ ਲਓ, ਕਿਉਂਕਿ ਥੋੜਾ ਜਿਹਾ ਸਮਝਣਾ ਆਸਾਨ ਹੋ ਜਾਏਗਾ। ਕਿ ਫਰਜ਼ ਕਰੋ ਇੱਕ ਆਦਮੀ ਬੜਾ ਮੋਟਾ ਹੈ, ਉਹਦੀਆਂ ਬਾਹਾਂ ਤੇ ਵੀ ਫੈਟ ਚੜੀ ਹੈ, ਉਹਦੇ ਚਿਹਰੇ ਤੇ ਵੀ ਫੈਟ ਚੜੀ ਹੈ, ਉਹਦੀ ਬੋਡੀ ਤੇ ਵੀ ਫੈਟ ਚੜੀ ਹੈ। ਸਮਝਦੇ ਹੋ ਕਿ ਨਹੀਂ? ਮੋਟਾ ਹੈ ਉਹ, ਪਰ ਹੁਣ ਉਹ ਆਦਮੀ, ਫਰਜ਼ ਕਰੋ ਉਹਦਾ weight, ਕਿਉਂਕਿ ਅਸੀਂ ਆਪਣੀ ਗੱਲ ਦੱਸਦੇ, ਕਦੀ ਸਾਡਾ weight 105 ਕਿਲੋ ਹੁੰਦਾ ਸੀ, ਬੜੀ ਫੈਟ, ਫੇਸ ਮੋਟਾ, ਬਾਹਾਂ ਇਦਾਂ, ਠੀਕ ਹੈ। ਉਦਾਹਰਨ ਦੇਣੀ ਤਾਂ ਆਪਣੀ ਮਿਸਾਲ ਦਿਓ, ਆਪਣੀ ਮਿਸਾਲ ਦੇ ਕੇ ਦਿਖਾਓ ਕਿ ਆਹ ਚੀਜ਼ ਹੁੰਦੀ ਹੈ, ਜ਼ਰਾ ਸਮਝਣਾ। ਹੁਣ ਇਹ ਉਦਾਹਰਨ ਦੇ ਰਹੇ ਕਿ ਉਹ ਆਦਮੀ ਇਦਾਂ ਹੈ, ਫਿਰ ਉਹ ਆਦਮੀ ਚੁਣਾਵ ਕਰਦਾ ਹੈ ਕਿ ਯਾਰ ਵਿਅਰਥ ਬਹੁਤ ਇਕੱਠਾ ਹੋ ਗਿਆ ਹੈ, ਬਹੁਤ ਕੁਝ ਵਿਅਰਥ ਇਕੱਠਾ ਹੋ ਗਿਆ, ਆ ਵੀ ਫੈਟ ਵਿਅਰਥ ਹੈ, ਆ ਵੀ ਵਿਅਰਥ ਹੈ, ਹੁਣ ਮੈਂ ਥੋੜਾ ਜਿਹਾ ਆਪਣੀ ਬੋਡੀ ਨੂੰ ਅੱਛੀ ਲੁੱਕ ਦੇਣੀ ਹੈ। ਫਿਰ ਉਹ ਜਿਮ ਜਾਣਾ ਸ਼ੁਰੂ ਕਰ ਦਿੰਦਾ ਹੈ, ਔਰ ਜਿਮ ਜਾ ਕੇ ਜਿਹੜਾ ਜਿਮ ਦਾ ਕੋਚ ਹੈ ਉਹਨੂੰ ਐਕਸਰਸਾਈਜ਼ ਕਰਾਉਂਦਾ ਹੈ। ਹੁਣ ਐਕਸਰਸਾਈਜ਼ ਕਰਾਉਂਦੇ ਕਰਾਉਂਦੇ ਇਦਾਂ ਦੀ ਐਕਸਰਸਾਈਜ਼ ਕਰਾਉਂਦਾ ਹੈ, ਡਾਈਟ ਬਾਰੇ ਦੱਸਦਾ ਹੈ। ਫਿਰ ਕਰਦਿਆਂ ਕਰਦਿਆਂ ਕੀ ਹੁੰਦਾ ਹੈ, ਜਦੋਂ ਮਿਹਨਤ ਕਰਦਾ ਚਲਾ ਜਾਂਦਾ ਤਾਂ ਸਾਲ 6 ਮਹੀਨਿਆਂ 'ਚ ਜਿਹੜਾ ਉਹਦੀ ਐਕਸਟਰਾ ਫੈਟ ਹੁੰਦਾ, ਬੇਕਾਰ ਦਾ ਮਾਸ ਹੁੰਦਾ, ਫੈਟ ਹੁੰਦੀ, ਉਹ ਝੜ ਜਾਂਦੀ ਹੈ, ਤਾਂ ਜਿਹੜੇ ਸਹੀ ਮਸਲ ਹੁੰਦੇ ਹੈ ਉਹ ਬਾਹਰ ਆ ਜਾਂਦੇ ਹੈ। ਔਰ ਉਹੀ ਛਵੀ ਜਿਹੜੀ ਕਿ ਸਾਲ ਪਹਿਲਾਂ ਦੇਖਣ ਨੂੰ ਬੜਾ ਥੁਲਥੁਲਾ ਲੱਗਦਾ ਸੀ, ਮੋਟਾ ਲੱਗਦਾ ਸੀ, ਹੁਣ ਕਹਿੰਦੇ ਬੜਾ ਸੋਹਣਾ ਲੱਗਦਾ ਹੈ ਭਾਈ, ਤੂੰ ਬੜਾ ਫਿੱਟ ਹੋ ਗਿਆ। ਬੋਲੋ ਹੁੰਦਾ ਕਿ ਨਹੀਂ? ਹੁਣ ਇਹਦਾ ਮਤਲਬ ਫਿਟਨੈਸ ਅੰਦਰ ਹੀ ਹੈ, ਬਸ ਜਿਹੜਾ ਵਿਅਰਥ ਸੀ ਉਹਨੂੰ ਹਟਾਣਾ ਪੈਣਾ ਹੈ। ਜਿਹੜਾ ਵਿਅਰਥ ਇਕੱਠਾ ਹੋ ਚੁੱਕਾ ਹੈ ਉਹਨੂੰ ਝਾੜਨਾ ਪੈਣਾ ਹੈ, ਤਾਂ ਜੋ ਅਸਲੀ ਹੈ ਨਾ ਫਿਰ ਉਹ ਅੰਦਰੋਂ ਬਾਹਰ ਨਿਕਲੇਗਾ। ਬਸ ਇਸੇ ਤਰ੍ਹਾਂ ਪਰਮਾਤਮਾ ਦੀ ਗੱਲ ਲੈ ਲਓ ਕਿ ਜਿੱਦਾਂ ਮੋਟੇ ਤੋਂ ਮੋਟੇ ਜਾਂ ਪਤਲੇ ਤੋਂ ਪਤਲੇ ਇਨਸਾਨ ਦੇ ਅੰਦਰ ਵੀ ਇੱਕ ਫਿੱਟ ਛਵੀ ਛੁਪੀ ਹੋਈ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਣੀ ਹੈ। ਜੇ ਪਤਲਾ ਹੈ ਤਾਂ ਉਹਨੂੰ ਉਸ ਤਰ੍ਹਾਂ ਦੀ ਡਾਈਟ ਲੈਣੀ ਪੈਣੀ ਹੈ, ਮਿਹਨਤ ਕਰਨੀ ਪੈਣੀ। ਕੋਈ ਮੋਟਾ ਹੈ ਤਾਂ ਉਹਨੂੰ ਉਸ ਤਰ੍ਹਾਂ ਦੀ ਡਾਈਟ ਲੈ ਕੇ ਮਿਹਨਤ ਕਰਨੀ ਪੈਣੀ ਹੈ, ਤਾਂ ਉਹਦੀ ਫਿੱਟ ਛਵੀ ਦਾ ਮਤਲਬ ਬਿਲਕੁਲ ਪਰਫੈਕਟ ਛਵੀ ਬਾਹਰ ਆ ਜਾਏਗੀ। ਇਸੇ ਤਰ੍ਹਾਂ ਪਰਮਾਤਮਾ ਵੀ ਕਿੱਥੇ ਹੈ? ਸਾਡੇ ਅੰਦਰ ਹੈ। ਬਸ ਸਾਨੂੰ ਕੁਝ ਐਸੀ ਮਿਹਨਤ ਕਰਨੀ ਪੈਣੀ ਹੈ ਕਿ ਜਿਹੜਾ ਸਾਡੀ ਅੰਦਰਲੀ ਜਿਹੜੀ ਛਵੀ ਹੈ ਪਰਮਾਤਮਾ ਦੀ, ਉਹ ਬਾਹਰ ਆ ਸਕੇ। ਜੋ ਵਿਅਰਥ ਅਸੀਂ ਬੁਰਾਈਆਂ ਨੂੰ, ਮਾੜੀਆਂ ਆਦਤਾਂ ਨੂੰ, ਮਾੜੀ ਸੋਚ ਨੂੰ, ਨੈਗੇਟਿਵਿਟੀ ਨੂੰ ਜੋ ਆਪਣੇ ਅੰਦਰ ਇਕੱਠਾ ਕੀਤਾ ਹੈ ਨਾ, ਤਾਂ ਇਹ ਨੈਗੇਟਿਵਿਟੀ ਏਦਾਂ ਹੀ ਸਮਝ ਲਓ ਜਿੱਦਾਂ ਕੋਈ ਲਾਈਟ ਹੋਵੇ ਨਾ, ਇੱਕ ਬੱਲਬ ਹੈ, ਉਹਦੇ ਤੇ ਕਾਲਾ ਕੱਪੜਾ ਰੱਖਦੇ ਜਾਓ, ਤਾਂ ਕੀ ਹੋਏਗਾ? ਇੱਕ ਟਾਈਮ ਆਏਗਾ ਜਦੋਂ ਲਾਈਟ ਬਿਲਕੁਲ, ਹੁਣ ਇਹਦਾ ਮਤਲਬ ਇਹ ਨਹੀਂ ਕਿ ਲਾਈਟ ਜਗ ਨਹੀਂ ਰਹੀ, ਲਾਈਟ ਤਾਂ ਜਗ ਰਹੀ ਹੈ, ਪਰ ਅਸੀਂ ਉੱਪਰ ਕਾਲੀਆਂ ਪਰਤਾਂ ਇੰਨੀਆਂ ਚੜਾਤੀਆਂ ਕਿ ਉਹਦੇ ਪਿੱਛੇ ਲਾਈਟ ਛੁਪ ਗਈ ਹੈ। ਜਿੱਦਾਂ ਹੁਣ ਸੂਰਜ ਚੜਿਆ ਹੈ, ਅੱਖਾਂ ਤੇ ਹੱਥ ਰੱਖ ਲਈਏ ਤਾਂ ਹਨੇਰਾ ਹੋ ਜਾਏਗਾ। ਲਾਈਟ ਤਾਂ ਹੈ, ਪਰ ਹਨੇਰਾ ਹੋਣ ਦਾ ਮਤਲਬ ਕਿ ਹੁਣ ਜ਼ਰੂਰਤ ਹੈ ਸਾਨੂੰ ਵਿਅਰਥ ਨੂੰ ਹਟਾਉਣ ਦੀ। ਉਹ ਪੱਟੀਆਂ ਹਟਾਉਂਦੇ ਜਾਓ ਤਾਂ ਪ੍ਰਕਾਸ਼ ਸਾਹਮਣੇ ਆ ਜਾਏਗਾ। ਇਸੇ ਤਰ੍ਹਾਂ ਬਸ ਇਹੀ ਗੱਲ ਹੈ। ਬੁੱਲੇ ਸ਼ਾਹ ਕਹਿੰਦੇ ਫਕੀਰਾਂ ਨਾਲ ਯਾਰੀ ਲਾਏਗਾ ਤਾਂ ਤੇਰੀਆਂ ਕਮੀਆਂ ਦੂਰ ਹੋਣਗੀਆਂ, ਕਿਉਂਕਿ ਅਸਲੀ ਦੋਸਤ ਤਾਂ ਫਕੀਰ ਹੈ, ਅਸਲੀ ਦੋਸਤ ਤਾਂ ਉਹ ਤੇਰਾ ਸਤਿਗੁਰ ਹੈ, ਮੁਰਸ਼ਿਦ ਹੈ, ਜੋ ਤੇਰੇ ਦੋਸ਼ਾਂ ਨੂੰ ਖਤਮ ਕਰਦਾ ਹੈ, ਜੋ ਤੇਰੀਆਂ ਕਮੀਆਂ ਨੂੰ ਦੂਰ ਕਰਦਾ ਹੈ। ਕਿਉਂਕਿ ਜਿੱਦਾਂ ਮਾਈਕਲ ਐਂਜਲੋ ਬਾਰੇ ਦੱਸ ਰਹੇ ਸੀ ਕਿ ਮਾਈਕਲ ਐਂਜਲੋ ਨੇ ਇਹ ਪੱਥਰ ਦੇਖਿਆ, ਉਹ ਬੜੇ ਹੈਰਾਨ ਹੋਏ ਕਿ ਦੁਕਾਨਦਾਰ ਕਹਿ ਰਿਹਾ ਬੇਕਾਰ ਹੈ, ਇਹ ਤਾਂ ਮੁਫਤ ਵਿੱਚ ਹੀ ਲੈ ਜਾਓ ਤੁਸੀਂ, ਇਹਨਾਂ ਦੀ ਜਗ੍ਹਾ ਘੇਰੀ ਹੋਈ ਹੈ,
ਹੁਣ ਕਈ ਵਾਰ ਇਨਸਾਨ ਵੀ ਸੋਚਦਾ ਮੈਂ ਬੇਕਾਰ ਹਾਂ, ਔਰ ਕਈ ਉਹਨੂੰ ਕਹਿੰਦੇ ਤੂੰ ਤਾਂ ਧਰਤੀ ਦੇ ਬੋਝ ਹੈ, ਤੂੰ ਤਾਂ ਬੇਕਾਰ ਹੈ, ਤੂੰ ਤਾਂ ਕਿਸੇ ਕੰਮ ਦਾ ਨਹੀਂ, ਤੂੰ ਤਾਂ ਨਿਕੰਮਾ ਹੈ। ਕਈ ਵਾਰ ਦੂਜੇ ਵੀ ਕਹਿ ਦਿੰਦੇ ਹੈ, ਪਰ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਨਿਕੰਮੇ, ਬੇਕਾਰ, ਤੂੰ ਕਿਸੇ ਕੰਮ ਦਾ ਨਹੀਂ, ਮੁਰਸ਼ਦ ਉਹਨੂੰ ਵੀ ਕਹਿੰਦਾ ਹੈ, ਫਕੀਰ ਉਹਨੂੰ ਵੀ ਕਹਿੰਦੇ ਆ ਬਈ ਤੈਨੂੰ ਉਸ ਪਰਮਾਤਮਾ ਨੇ ਬਣਾਇਆ, ਔਰ ਜਿਹੜੀ ਚੀਜ਼ ਪਰਮਾਤਮਾ ਨੇ ਬਣਾਈ ਹੋਵੇ ਬੇਕਾਰ ਕਦੀ ਹੋ ਹੀ ਨਹੀਂ ਸਕਦੀ। ਗੁਣ ਤੇਰੇ ਅੰਦਰ ਵੀ ਹੈ, ਬਸ ਇਹਨਾਂ ਗੁਣਾਂ ਨੂੰ ਬਾਹਰ ਲਿਆਉਣ ਦੀ ਲੋੜ ਹੈ। ਕਿਉਂਕਿ ਹੀਰਾ ਜਦੋਂ ਖਾਨ ਚੋਂ ਨਿਕਲਦਾ ਹੈ ਤਾਂ ਉਹਦੀ ਕੋਈ ਚਮਕ ਨਹੀਂ ਹੁੰਦੀ, ਉਹਦੀ ਕੋਈ ਸ਼ੇਵ ਨਹੀਂ ਹੁੰਦੀ, ਪਰ ਜਦੋਂ ਉਹੀ ਹੀਰਾ ਇੱਕ ਕਾਰੀਗਰ ਦੇ ਹੱਥ ਵਿੱਚ ਜਾਂਦਾ ਹੈ ਤਾਂ ਕਾਰੀਗਰ ਉਹਨੂੰ ਇਦਾਂ ਤਰਾਸ਼ਦਾ ਹੈ ਕਿ ਉਹਦੀ ਸ਼ੇਵ, ਉਹਦੀ ਸ਼ਕਲ ਵੀ ਸੋਹਣੀ ਹੋ ਜਾਂਦੀ ਤੇ ਉਹਦੀ ਚਮਕ ਵੀ ਵੱਧ ਜਾਂਦੀ ਹੈ, ਉਹਦੀ ਕੀਮਤ ਵੀ ਵੱਧ ਜਾਂਦੀ ਹੈ। ਜੇ ਤਾਂ ਕਈ ਵਾਰ ਤੁਸੀਂ ਨਾ ਗੂਗਲ ਤੇ ਜਾ ਕੇ ਸਰਚ ਕਰਿਓ ਕਿ ਜਦੋਂ ਖਾਨ ਚੋਂ ਹੀਰਾ ਨਿਕਲਦਾ ਕਿਦਾਂ ਦਾ ਹੁੰਦਾ ਹੈ, ਉਹ ਫੋਟੋ ਆਏਗੀ, ਤੁਸੀਂ ਆਹ ਹੀਰਾ ਹੁੰਦਾ ਹੈ ਇੱਕ ਪੱਥਰ ਦੀ ਤਰ੍ਹਾਂ ਵਿੰਗਾ ਟੇਢਾ, ਇਹ ਹੀਰਾ ਹੈ। ਔਰ ਜਰਾ ਹੁਣ ਗੌਰ ਕਰਨਾ, ਤਰਾਸ਼ਿਆ ਜਾਵੇ ਤਾਂ ਕਈ ਵੇਲਾ ਨਕਲੀ ਜਿਹੜਾ ਕੱਚ ਦਾ ਜਰਕਨ ਹੁੰਦਾ ਨਾ, ਨਕਲੀ ਅਮਰੀਕਨ ਡਾਇਮੰਡ ਜਿਹਨੂੰ ਕਿਹਾ ਜਾਂਦਾ ਹੈ, ਜੋ ਕਿ 100 ਰੁਪਏ ਦੇ 4-5 ਮਿਲ ਜਾਂਦੇ ਹੈ, ਕਹਿੰਦੇ ਕਈ ਵਾਰ ਬੰਦਾ ਉਹਨੂੰ ਦੇਖ ਕੇ ਭੁਲੇਖੇ ਜਾ ਜਾਂਦਾ ਕਿ ਪਤਾ ਨਹੀਂ ਹੀਰਾ ਹੀ ਤਾਂ ਨਹੀਂ ਅਸਲੀ ਕਿਤੇ, ਕਿਉਂਕਿ ਉਹਦੀ ਸ਼ੇਪ, ਉਹਦੀ ਕਟਿੰਗ ਉਹ ਨਕਲੀ ਨੂੰ ਵੀ ਅਸਲੀ ਵਰਗਾ ਬਣਾ ਦਿੰਦੀ ਹੈ। ਇਸ ਲਈ ਜੇ ਅਸਲੀ ਹੀਰਾ ਹੈ ਉਹਦੀ ਸਹੀ ਘੜਤ ਨਾ ਹੋਵੇ ਤਾਂ ਉਹ ਵੀ ਨਕਲੀ ਲੱਗਦਾ ਹੈ, ਤਾਂ ਜੇ ਨਕਲੀ ਹੀਰਾ, ਨਕਲੀ ਕੱਚ ਹੈ ਨਾ, ਉਹਨੂੰ ਵੀ ਸਹੀ ਸ਼ੇਪ ਦਿੱਤੀ ਜਾਵੇ ਤਾਂ ਦੇਖਣ ਨੂੰ ਉਹ ਵੀ ਅਸਲੀ ਲੱਗਦਾ ਹੈ। ਫਰਕ ਕੀ ਹੈ? ਫਰਕ ਹੈ ਸ਼ੇਪ ਦਾ, ਫਰਕ ਹੈ ਕਾਰੀਗਰੀ ਦਾ, ਕਿ ਆਕਾਰ ਦੇਣ ਵਾਲਾ ਕੋਈ ਹੈ ਜਾਂ ਨਹੀਂ। ਇਸੇ ਤਰ੍ਹਾਂ ਸਾਡਾ ਜੀਵਨ ਵੀ ਇੱਕ ਅਣਘੜਤ ਹੀਰੇ ਦੀ ਤਰ੍ਹਾਂ ਹੁੰਦਾ ਹੈ। ਅਗਰ ਸਾਨੂੰ ਸਹੀ ਮੁਰਸ਼ਦ, ਸਹੀ ਗੁਰੂ ਮਿਲ ਜਾਵੇ, ਸਹੀ ਤਰਾਸ਼ਣ ਵਾਲਾ ਮਿਲ ਜਾਵੇ ਤਾਂ ਸਾਡੇ ਅੰਦਰਲੀਆਂ ਖੂਬੀਆਂ ਬਾਹਰ ਆਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਸਾਡੇ ਅੰਦਰਲੀ ਚਮਕ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜਿੱਦਾਂ ਮਾਈਕਲ ਐਂਜਲੋ ਹੈਰਾਨ ਹੋਇਆ ਨਾ, ਇਸੇ ਤਰ੍ਹਾਂ ਕਈ ਵਾਰ ਸਾਨੂੰ ਹੈਰਾਨੀ ਹੁੰਦੀ ਜਦੋਂ ਬੰਦਾ ਕਹਿੰਦਾ ਜੀ ਸਾਰੇ ਮੈਨੂੰ ਕਹਿੰਦੇ ਤੂੰ ਨਿਕੰਮਾ ਆ, ਤੂੰ ਬੇਕਾਰ ਹੈ, ਤੂੰ ਤਾਂ ਧਰਤੀ ਦੇ ਬੋਝ ਆ, ਤੂੰ ਕਿਸੇ ਕੰਮ ਦਾ ਹੈ ਨਹੀਂ, ਤੂੰ ਇਹ ਤੂੰ ਉਹ। ਫਿਰ ਸਾਨੂੰ ਹੈਰਾਨੀ ਹੁੰਦੀ ਹੈ ਕਿ ਜਿੱਦਾਂ ਦੁਕਾਨਦਾਰ ਨੂੰ ਪਤਾ ਨਹੀਂ ਕਿ ਪੱਥਰ ਅੰਦਰ ਕੀ ਛੁਪਿਆ ਹੈ, ਪਰ ਮੂਰਤੀਕਾਰ ਨੂੰ ਪਤਾ ਹੈ ਕਿ ਇਹਦਾ ਕੀ ਬਣ ਸਕਦਾ ਹੈ। ਇਸੇ ਤਰ੍ਹਾਂ ਇਨਸਾਨ ਨੂੰ ਪਤਾ ਨਹੀਂ ਕਿ ਉਹਦੇ ਅੰਦਰ ਕੀ ਛੁਪਿਆ ਹੈ, ਪਰ ਫਕੀਰਾਂ ਗੁਰੂਆਂ ਰਹਿਬਰਾਂ ਨੂੰ ਪਤਾ ਹੈ ਕਿ ਇਹ ਕੀ ਹੋ ਸਕਦਾ ਹੈ, ਇਹ ਕੀ ਬਣ ਸਕਦਾ ਹੈ। ਅਗਰ ਇਹ ਤੇ ਥੋੜੀ ਜਿਹੀ ਮਿਹਨਤ ਕੀਤੀ ਜਾਵੇ, ਅਗਰ ਇਹ ਥੋੜੀ ਜਿਹੀ ਮਿਹਨਤ ਕਰਨ ਨੂੰ ਤਿਆਰ ਹੈ ਤਾਂ ਇਹ ਬਹੁਤ ਅੱਗੇ ਜਾ ਸਕਦਾ ਹੈ। ਜਿੱਦਾਂ ਅਸੀਂ ਕਈ ਵਾਰ ਕਹੀਦਾ ਨਾ, ਜਰਾ ਹੁਣ ਗੌਰ ਕਰਨਾ, ਇੱਥੇ ਕਹਿਣਾ ਚਾਹਾਂਗੇ ਇਹ ਵੀ ਗੱਲ ਕਿ ਮੇਰਾ ਮਾਲਿਕ ਹੈ ਮੇਰੇ ਸਾਥ ਤੋਂ, मेरा मालिक है मेरे साथ तो मुश्किलों का हल भी निकलेगा, जमीन बंजर हुई तो क्या यहीं से जल भी निकलेगा। ना हो मायूस ना तू घबरा, भरोसा रख तू मालिक पर, इन्हीं रातों के दामन से सुनहरा कल भी निकलेगा। कि अगर इंसान अपने मालिक ते भरोसा रखे तो बेशक अज जिंदगी जैसी मर्जी होवे, बेशक चारों तरफ अंधेरा ही अंधेरा होवे, बेशक बंदा कहे तेरे अंदर कोई गुण नहीं, कोई खूबियां नहीं, वो कोई गल नहीं, तेनू खूबियां नजर नहीं आंदियां, पर मेरे अंदरों खूबियां नू पहचानने वाला और उन्हें प्रगट करने वाला मेरा मालिक मेरे नाल है। मैं मेहनत करनी है, मैनू विश्वास है एक दिन मेरा मालिक मैनू फर्श तो अर्श तक लेके जाएगा, कख तो लख तक लेके जाएगा, जीरो तो हीरो बनाएगा मेरा मालिक। जे मैं मेहनत करा और अपने मालिक ते विश्वास रखा कि मेरा मालिक मेरे नाल है, तो कुछ भी असंभव नहीं है, फिर नामुमकिन भी मुमकिन हो सकता है, क्योंकि मेहनत मेरी तो रहमत तेरी। इनू कहते हैं विश्वास, यकीन। इसलिए क्या है कि जे ऐसी भी ये गल समझ लीए ना कि दुनिया की कहती वो नहीं देखना, बस ये यकीन रखना कि मेरा मालिक है मेरे साथ तो मुश्किलों का हल भी निकलेगा। हुण जिन्नियां मर्जी मुश्किल, हुण जिन्नियां मर्जी परेशानियां, मैनू कोई परवाह नहीं है। मेरे जीवन च चाहे कोई दुख होवे, कोई मुश्किल होवे, कोई परेशानी होवे, मैनू परवाह नहीं है, क्योंकि हर मुश्किल, हर परेशानी, हर दुख का हल करने वाला वो मेरे नाल है। समझदे हो कि नहीं? इसलिए जे तुहाडे जीवन च कोई मुश्किल है ना, तो फिर डरन की जरूरत नहीं है, क्योंकि जो डर गया समझो मर गया। डरन की जरूरत नहीं है, फिर कादी जरूरत है? जे जीवन च मुश्किल है, परेशानी है, कोई प्रॉब्लम है, डरन की जरूरत नहीं है, अपने मालिक ते विश्वास करन की जरूरत है। क्योंकि मुश्किलां तो ना डरो, हर मुश्किल हालात में अपने मालिक ते विश्वास करो, क्योंकि विश्वास ही सानू बड़ी तो बड़ी मुश्किल चों कढ़दा है। जरा समझ लेना सारिਆਂ ने। तां ही तो स्वामी विवेकानंद जी ने कहा है कि जिहड़ा इंसान उम्मीद हार के बैठ जाता है समझ लो मर चुका है। स्वामी विवेकानंद जी ने की किया कि मुर्दा वो नहीं है
ਕਹਿੰਦੇ ਮੁਰਦਾ ਉਹ ਨਹੀਂ ਹੁੰਦਾ ਜਿੱਦਾਂ ਬੰਦਾ ਕਹਿੰਦਾ ਲੈ ਵੀ ਉਹਦੇ ਸਾਹ ਮੁੱਕ ਗਏ, ਉਹ ਬੰਦੇ ਦੀ ਦਿਲ ਦੀ ਧੜਕਣ ਰੁਕ ਗਈ, ਸਾਹ ਮੁੱਕ ਗਏ, ਬੰਦਾ ਮਰ ਗਿਆ। ਕਹਿੰਦੇ ਉਹੀ ਮੁਰਦਾ ਨਹੀਂ ਹੁੰਦਾ, ਜਿਹਦੇ ਅੰਦਰੋਂ ਉਮੀਦ ਮੁੱਕ ਗਈ, ਵਿਸ਼ਵਾਸ ਮੁੱਕ ਗਿਆ, ਉਹ ਵੀ ਜੀਂਦੇ ਜੀ ਮੁਰਦੇ ਦੇ ਸਮਾਨ ਹੈ। ਜੇ ਬੰਦਾ ਕਵੇ ਹੁਣ ਫਰਜ਼ ਕਰੋ ਕੋਈ ਬਿਮਾਰੀ ਹੈ, ਕੋਈ ਦੁੱਖ ਹੈ, ਮੈਂ ਤਾਂ ਮਰ ਗਿਆ, ਹੁਣ ਨਹੀਂ ਠੀਕ ਹੋਣਾ, ਹਾਂ ਰਹਿਣ ਦਿਓ ਮੈਨੂੰ, ਛੇੜੋ ਨਾ, ਪਿਆ ਰਹਿਣ ਦਿਓ ਮੈਨੂੰ, ਹੁਣ ਮਰਨਾ ਇਹਨਾਂ ਚਾਹੇ 6 ਮਹੀਨੇ ਬਾਅਦ ਹੈ, ਪਰ ਇਹ ਅੱਜ ਹੀ ਮਰ ਗਿਆ। ਤਾਂ ਜਿਹੜਾ ਬੰਦਾ ਕਹਿੰਦਾ ਨਹੀਂ, ਜਿੰਨੇ ਵੀ ਮੇਰੇ ਸਵਾਸ ਹੈ, ਜਦ ਤੱਕ ਮੇਰੇ ਸਵਾਸ ਚੱਲ ਰਹੇ ਮੈਂ ਜ਼ਿੰਦਗੀ ਜੀਣੀ ਹੈ, ਪੂਰੇ ਵਿਸ਼ਵਾਸ ਨਾਲ ਜੀਣੀ ਹੈ ਕਿ ਸਭ ਠੀਕ ਹੈ ਔਰ ਮੈਨੂੰ ਠੀਕ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਫਿਰ ਤੁਸੀਂ ਦੇਖੋਗੇ ਜਿੱਥੇ ਉਹਨਾਂ ਨਾ ਉਮੀਦ ਹੋ ਕੇ 6 ਦਿਨ ਜੀਣਾ ਨਾ, ਤਾਂ ਵਿਸ਼ਵਾਸ ਕਰਨ ਵਾਲਾ ਉਹੀ 6 ਸਾਲ ਤੱਕ ਜੀ ਲੈਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਕਈ ਵਾਰ ਮਿਸਾਲ ਦੇਈਦੀ ਹੈ ਕਿ ਸਾਡੇ ਰਾਮ ਗੋਪਾਲ ਜੀ ਹੈ ਜੋ ਬੜਾ ਪਿਆਰ ਕਰਦੇ ਆ ਸਾਡੇ ਨਾਲ, ਬੂਟਾ ਮੰਡੀ ਰਹਿੰਦੇ ਆ। ਉਹਨਾਂ ਨੂੰ ਕਿੰਨੇ ਸਾਲ ਪਹਿਲਾਂ, 10-15 ਸਾਲ ਪਹਿਲਾਂ ਕੈਂਸਰ ਦੀ ਪ੍ਰੋਬਲਮ ਸੀ, ਡਾਕਟਰਾਂ ਨੇ ਕਿਹਾ ਲਾਸਟ ਸਟੇਜ ਹੈ। 15-16 ਸਾਲ ਪਹਿਲਾਂ ਦੀ ਗੱਲ ਹੈ, ਸ਼ਾਇਦ ਇਹ ਤੋਂ ਜ਼ਿਆਦਾ ਹੀ ਹੋਏਗਾ। ਉਹਨਾਂ ਦਾ ਆਪਰੇਸ਼ਨ ਵੀ ਹੋਇਆ, 3-4 ਆਪਰੇਸ਼ਨ ਅੰਦਰੋਂ ਮਾਸ ਲੈ ਕੇ ਭੇਜਦੇ ਸੀ ਚੈੱਕ ਕਰਨ ਵਾਸਤੇ। ਫਿਰ ਕਹਿੰਦੇ ਸੀ ਬਈ ਬਸ, ਤਾਂ ਰਾਮ ਗੋਪਾਲ ਜੀ ਇੱਕੋ ਹੀ ਗੱਲ ਕਹਿੰਦੇ ਸੀ ਜਦੋਂ ਆਏ ਮਿਲੇ, ਮਾਲਕੋ ਇਦਾਂ ਹੀ ਫਿਕਰ ਨਾ ਕਰੋ, ਰਾਮ ਗੋਪਾਲ ਜੀ ਤੁਹਾਡੇ ਨਾਲ ਹੈ। ਕਹਿੰਦੇ ਬਸ ਇਹ ਮਾਲਕੋ, ਇਹ ਜ਼ਿੰਦਗੀ ਤੁਹਾਡੀ ਹੈ, ਤੁਸੀਂ ਸੰਭਾਲਣੀ ਹੈ। ਤਾਂ ਹੁਣ ਜੇ ਨਾ ਡਾਕਟਰ ਕਹਿੰਦੇ ਸੀ ਇਹ ਕੁਝ ਮਹੀਨਿਆਂ 'ਚ ਕੁਝ ਵੀ ਹੋ ਸਕਦਾ, ਅੱਜ 15-16 ਸਾਲ ਹੋ ਗਏ, ਅੱਜ ਵੀ ਉਹ ਚੱਲ ਫਿਰ ਰਹੇ ਆ। ਤਾਂ ਅੱਜ ਵੀ ਜਦੋਂ ਮਿਲਦੇ ਆ ਨਾ, ਪਤਾ ਕੀ ਕਹਿੰਦੇ ਆ, ਕਹਿੰਦੇ ਮਾਲਕੋ ਡਾਕਟਰਾਂ ਨੇ ਤਾਂ ਉਦੋਂ ਹੀ ਜਵਾਬ ਦੇ ਦਿੱਤਾ ਸੀ, ਅੱਜ ਮੈਂ ਚੱਲ ਰਿਹਾ ਤਾਂ ਤੁਹਾਡੀ ਰਹਿਮਤ ਚਲਾ ਰਹੀ ਹੈ ਮੈਨੂੰ, ਇਹ ਮੈਂ ਨਹੀਂ ਚੱਲ ਰਿਹਾ। ਬਾਕੀ ਜੇ ਬੰਦਾ ਵਿਸ਼ਵਾਸ ਰੱਖੇ ਨਾ, ਤਾਂ ਜ਼ਰਾ ਗੌਰ ਕਰਨਾ, ਵਿਸ਼ਵਾਸ ਸਾਡੇ ਅੰਦਰੋਂ ਪੋਜ਼ਿਟਿਵ એનર્ਜੀ ਪੈਦਾ ਕਰ ਦਿੰਦਾ ਹੈ ਕਿ ਜਦੋਂ ਜਿੰਨਾ ਸਾਡਾ ਵਿਸ਼ਵਾਸ ਵੱਧਦਾ ਹੈ, ਪੋਜ਼ਿਟਿਵਿਟੀ ਵੱਧਦੀ ਹੈ, ਉਨਾ ਸਾਡਾ ਜਿਹੜਾ ਸਰੀਰ ਹੈ ਨਾ ਹਰ ਤਰ੍ਹਾਂ ਦੀ ਬਿਮਾਰੀ ਨਾਲ ਲੜਨ ਨੂੰ ਤਿਆਰ ਹੋ ਜਾਂਦਾ ਹੈ। ਕਿਉਂਕਿ ਜਿਸ ਪ੍ਰਮਾਤਮਾ ਨੇ ਸਾਨੂੰ ਬਣਾਇਆ ਹੈ ਉਹ ਆਪ ਇੰਨਾ ਸਰਵ ਸ਼ਕਤੀਸ਼ਾਲੀ ਹੈ, ਤਾਂ ਉਹ ਸਾਨੂੰ ਕਦੀ ਕਮਜ਼ੋਰ ਬਣਾ ਹੀ ਨਹੀਂ ਸਕਦਾ। ਸ਼ਕਤੀਸ਼ਾਲੀ ਦਾ ਬੱਚਾ ਸ਼ਕਤੀਸ਼ਾਲੀ ਹੋ ਸਕਦਾ ਹੈ। ਜਿੱਦਾਂ ਅਸੀਂ ਕਈ ਵਾਰ ਦੱਸੀਦਾ ਹੈ, ਇੱਥੇ ਵੀ ਅੱਜ ਪਹਿਲੀ ਵਾਰ ਇਹ ਪ੍ਰਭਾਤ ਫੇਰੀ ਆਈ ਸਤਸੰਗ ਹੋ ਰਿਹਾ, ਦੱਸਣਾ ਚਾਹਾਂਗੇ ਕਿ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਕਿ ਸ਼ੇਰ ਦਾ ਬੱਚਾ ਹਮੇਸ਼ਾ ਸ਼ੇਰ ਹੀ ਹੁੰਦਾ ਹੈ। ਕੋਈ ਸ਼ੱਕ ਨਹੀਂ ਹੈ ਕਿ ਉਹ ਸ਼ੇਰ ਨਾ ਹੋਵੇ, ਉਹ ਸ਼ੇਰ ਹੀ ਹੁੰਦਾ ਹੈ। ਪਰ ਜੇ ਸ਼ੇਰ ਦਾ ਬੱਚਾ ਆਪ ਹੀ ਮੰਨ ਕੇ ਬਹਿ ਜਾਵੇ ਮੈਂ ਗਿੱਦੜ ਹਾਂ, ਤਾਂ ਫਿਰ ਸ਼ੇਰ ਕੀ ਕਰੇਗਾ? ਤੁਸੀਂ ਪਰਮਾਤਮਾ ਦਾ ਅੰਸ਼ ਹੋ, ਪਰਮਾਤਮਾ ਦੇ ਰੂਪ ਹੋ, ਉਹਦੇ ਨੂਰ ਤੋਂ ਬਣੇ ਹੋ, ਤੁਸੀਂ ਕਮਜ਼ੋਰ ਨਹੀਂ ਹੋ। ਉਹ ਪਰਮਾਤਮਾ ਦੀ ਹਰ ਸ਼ਕਤੀ ਤੁਹਾਡੇ ਅੰਦਰ ਸਮਾਈ ਹੋਈ ਹੈ। ਪਰ ਜੇ ਤੁਸੀਂ ਮੰਨ ਕੇ ਬਹਿ ਜਾਓ ਕਿ ਮੈਂ ਤਾਂ ਹਾਂ ਹੀ ਕਮਜ਼ੋਰ, ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ, ਤਾਂ ਫਿਰ ਉੱਥੇ ਦੋਸ਼ ਕਿਹਦਾ ਹੈ? ਇਹਨੂੰ ਕਹਿੰਦੇ ਆ ਵਿਵੇਕਾਨੰਦ ਜੀ ਕਿ ਇੱਕ ਮਰਨਾ ਉਹ ਹੁੰਦਾ ਹੈ ਜਦੋਂ ਸਾਹ ਮੁੱਕਦੇ ਆ, ਉਹੀ ਮਰਨਾ ਨਹੀਂ ਹੁੰਦਾ। ਇਹ ਵੀ ਮਰਨਾ ਜਦੋਂ ਅਸੀਂ ਆਪਣੀ ਆਸ, ਆਪਣੀ ਉਮੀਦ, ਆਪਣੇ ਵਿਸ਼ਵਾਸ ਨੂੰ ਛੱਡ ਦਿੰਦੇ ਆ ਨਾ, ਉਹ ਵੀ ਇੱਕ ਮ੍ਰਿਤਿੂ ਹੈ, ਉਹ ਵੀ ਇੱਕ ਮੌਤ ਹੈ। ਇਸ ਲਈ ਜੀਵਨ 'ਚ ਹਾਲਾਤ ਚਾਹੇ ਜੈਸੇ ਮਰਜ਼ੀ ਹੋਣ, ਕਦੀ ਆਪਣੇ ਵਿਸ਼ਵਾਸ ਨੂੰ ਖੋਵੋ ਨਾ। ਕਿਉਂਕਿ ਮਾਈਕਲ ਐਂਜਲੋ ਨੇ ਜਦੋਂ ਪੱਥਰ ਨੂੰ ਦੇਖਿਆ, ਦੁਕਾਨਦਾਰ ਨੂੰ ਕਿਹਾ ਇਹ ਮੂਰਤੀ, ਇਹ ਪੱਥਰ ਮੈਨੂੰ ਚਾਹੀਦਾ ਹੈ, ਕਿੰਨੇ ਦਾ? ਦੁਕਾਨਦਾਰ ਕਹਿੰਦਾ ਮਾਰੇ ਮੁਫਤ 'ਚ ਲੈ ਜਾਓ, ਬੇਕਾਰ ਪੱਥਰ ਹੈ। ਜਦੋਂ ਬੇਕਾਰ ਕਿਹਾ, ਮਾਈਕਲ ਐਂਜਲੋ ਸੋਚ 'ਚ ਪੈ ਗਏ, ਕਹਿੰਦੇ ਕਿ ਬੇਕਾਰ ਹੈ, ਕੋਈ ਗੱਲ ਨਹੀਂ। ਉਸ ਲਈ ਉਹਨਾਂ ਦੁਕਾਨਦਾਰ ਨੂੰ ਕਿਹਾ ਠੀਕ ਹੈ, ਫਿਰ ਮੈਂ ਅੱਜ ਹੀ ਇਹਨੂੰ ਲੈ ਜਾਂਦਾ ਹਾਂ। ਨੌਕਰਾਂ ਨੂੰ ਕਹਿ ਕੇ ਦੁਕਾਨਦਾਰ ਨੇ ਉਹ ਪੱਥਰ ਚੁਕਵਾਇਆ ਔਰ ਮਾਈਕਲ ਐਂਜਲੋ ਜਿੱਥੇ ਚਾਹੁੰਦੇ ਸੀ ਉੱਥੇ ਪਹੁੰਚਾ ਦਿੱਤਾ। 6 ਮਹੀਨੇ ਮਾਈਕਲ ਐਂਜਲੋ ਮਿਹਨਤ ਕਰਦੇ ਰਹੇ, 6 ਮਹੀਨੇ ਸਾਲ ਯਾਨੀ ਮਿਹਨਤ ਕੀਤੀ ਪੂਰੀ। ਜਦੋਂ ਉਹ ਪੱਥਰ ਬਣ ਕੇ ਤਿਆਰ ਹੋ ਗਿਆ ਤਾਂ ਫਿਰ ਮਾਈਕਲ ਐਂਜਲੋ ਨੇ ਨਿਯੋਤਾ ਭੇਜਿਆ ਸਾਰਿਆਂ ਨੂੰ, ਉਹ ਦੁਕਾਨਦਾਰ ਨੂੰ ਵੀ ਬੁਲਾਇਆ, ਉਹ ਦੁਕਾਨਦਾਰ ਨੂੰ ਵੀ ਬੁਲਾਇਆ। ਜਦੋਂ ਆਏ ਉਹ ਪਰਦਾ ਚੱਕਿਆ ਗਿਆ, ਦੇਖ ਕੇ ਹੈਰਾਨ ਰਹਿ ਗਏ, ਇੰਨੀ ਸੋਹਣੀ ਪ੍ਰਤਿਮਾ। ਉਹ ਪ੍ਰਤਿਮਾ ਕਿਹੜੀ ਸੀ? ਕਿ ਮਰੀਅਮ ਬੈਠੀ ਹੋਈ ਹੈ, ਮਰੀਅਮ ਜੋ ਜੀਸਸ ਕ੍ਰਾਈਸਟ ਦੀ ਮਾਤਾ ਹੈ, ਉਹ ਬੈਠੀ ਹੋਈ ਹੈ, ਤਾਂ ਜੀਸਸ ਕ੍ਰਾਈਸਟ ਉਹਦੀ ਗੋਦ ਵਿੱਚ ਲੇਟੇ ਹੋਏ ਹੈ, ਜਿੱਦਾਂ ਮਾਂ ਦੀ ਗੋਦ ਵਿੱਚ ਬੱਚਾ ਲੇਟਿਆ ਹੋਇਆ ਹੈ ਏਦਾਂ। ਜਿਸਨੇ ਦੇਖਿਆ ਲੋਕਾਂ ਨੇ ਹੈਰਾਨ ਰਹਿ ਗਏ, ਇੰਨੀ ਸੁੰਦਰ ਪ੍ਰਤਿਮਾ ਜੀਸਸ ਕ੍ਰਾਈਸਟ ਦੀ, ਯਿਸੂ ਮਸੀਹ ਦੀ, ਨਾਲ ਉਹਨਾਂ ਦੀ ਮਾਤਾ ਜੀ। ਸਾਰਿਆਂ ਨੇ ਕਿਹਾ ਬੜੀ ਬੜੀ ਸੁੰਦਰ ਪ੍ਰਤਿਮਾ, ਬੜੀ ਸੁੰਦਰ ਪ੍ਰਤਿਮਾ ਹੈ। ਤਾਂ ਉਸ ਵੇਲੇ ਉਹ ਦੁਕਾਨਦਾਰ ਨੇ ਵੀ ਦੇਖਿਆ, ਕਹਿੰਦਾ ਮਹਾਰਾਜ ਬੜੀ ਸੋਹਣੀ ਪ੍ਰਤਿਮਾ ਹੈ, ਬੜਾ ਸੁੰਦਰ ਪੱਥਰ ਹੈ। ਉਹਨੂੰ ਨਹੀਂ ਪਤਾ ਇਹ ਉਹੀ ਪੱਥਰ ਹੈ, ਕਹਿੰਦਾ ਬੜਾ ਹੀ ਸੁੰਦਰ ਪ੍ਰਤਿਮਾ ਬਣਾਈ ਹੈ। ਤਾਂ ਉਸ ਲਈ ਮਾਈਕਲ ਐਂਜਲੋ ਨੇ ਕਿਹਾ ਉਸ ਦੁਕਾਨਦਾਰ ਨੂੰ, ਸ਼ੌਪਕੀਪਰ ਨੂੰ, ਤੈਨੂੰ ਪਤਾ ਹੈ ਪੱਥਰ ਕਿਹੜਾ ਹੈ? ਇਹ ਉਹੀ ਪੱਥਰ ਹੈ ਜਿਹਨੂੰ ਤੂੰ ਕਹਿੰਦਾ ਸੀ ਬੇਕਾਰ ਹੈ, ਮੁਫਤ 'ਚ ਲੈ ਜਾਓ। ਜ਼ਰਾ ਗੌਰ ਕਰਨਾ, ਇਹ ਉਹੀ ਪੱਥਰ ਹੈ। ਜਦੋਂ ਤੂੰ ਇਹਨੂੰ ਦੇਖ ਰਿਹਾ ਸੀ, ਤੂੰ ਬੇਕਾਰ ਕਹਿ ਰਿਹਾ ਸੀ, ਤੇ ਮੈਂ ਉਸੇ ਵੇਲੇ ਇਹਦੇ ਅੰਦਰ ਦੇਖ ਲਿਆ ਸੀ ਕਿ ਇਹਦੇ ਅੰਦਰੋਂ ਇਹ ਜੀਸਸ ਕ੍ਰਾਈਸਟ ਦੀ ਤਾਂ ਮਦਰ ਮੈਰੀ ਦੀ ਤਸਵੀਰ ਬਣ ਸਕਦੀ ਹੈ, ਪ੍ਰਤਿਮਾ ਬਣ ਸਕਦੀ ਹੈ। ਕਿਉਂਕਿ ਦੇਖਣ ਵਾਲੇ ਤਾਂ, ਜਿੱਦਾਂ ਹੁਣ ਤੁਸੀਂ ਕਿਸੇ ਨਾ ਨਕਸ਼ੇ ਬਣਾਉਣ ਵਾਲੇ ਨੂੰ ਆਪਣੇ ਪਲਾਟ ਤੇ ਲੈ ਜਾਓ,
ਕਿ ਭਾਈ ਇੱਥੇ ਮਕਾਨ ਬਣਾਣਾ, ਨਕਸ਼ਾ ਬਣਾ ਦੇ। ਉਹ ਪਲਾਟ ਨੂੰ ਦੇਖ ਕੇ ਹੀ ਨਾ ਪਹਿਲੇ ਹੀ ਮਾਈਂਡ ਵਿੱਚ ਸੋਚ ਲੈਂਦਾ ਕਿਚਨ ਕਿੱਥੇ ਹੋਣੀ ਹੈ, ਡਰਾਇੰਗ ਰੂਮ ਕਿੱਥੇ ਹੋਣਾ, ਬੈਡਰੂਮ ਕਿੱਥੇ ਹੋਣਾ, ਬਾਥਰੂਮ ਕਿੱਥੇ ਹੋਣਾ, ਪਹਿਲੇ ਹੀ ਉਹਦੇ ਮਾਈਂਡ ਵਿੱਚ ਬਣ ਜਾਂਦਾ। ਫਿਰ ਉਹ ਕਾਗਜ਼ ਤੇ ਲਕੀਰਾਂ ਖਿੱਚਣੀਆਂ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ ਬਾਅਦ ਚੋਂ ਨਜ਼ਰ ਆਉਂਦਾ ਹੈ ਜਦੋਂ ਬਣਦਾ ਹੈ, ਪਰ ਉਹਨੂੰ ਪਹਿਲੇ ਹੀ ਇਮੇਜਿਨ ਆ ਜਾਂਦਾ ਹੈ, ਇਮੇਜਿਨੇਸ਼ਨ। ਉਹ ਪਹਿਲੇ ਹੀ ਦੇਖ ਲੈਂਦਾ ਕਿੱਥੇ ਕਿਹੜੀ ਚੀਜ਼ ਬਣਨੀ ਹੈ, ਕਿੱਥੇ ਬੈੱਡ ਰੱਖਿਆ ਜਾਏਗਾ, ਸੋਫਾ ਰੱਖਿਆ, ਕਿੱਦਾਂ ਸੋਹਣਾ ਲੱਗੇਗਾ, ਉਹਨੂੰ ਸਭ ਕੁਝ ਪਹਿਲੇ ਹੀ ਸੋਚ ਲੈਂਦਾ ਹੈ ਆਪਣੇ ਮਾਈਂਡ ਅੰਦਰ। ਇਹਨੂੰ ਕਹਿੰਦੇ ਪਹਿਲੇ ਵਿਜ਼ਨ ਕਰ ਲੈਂਦਾ ਹੈ, ਦੇਖ ਲੈਂਦਾ ਹੈ। ਇਹਨੂੰ ਕਹਿੰਦੇ ਦੂਰਦਰਸ਼ੀ। ਦੂਰਦਰਸ਼ੀ ਦਾ ਮਤਲਬ ਕੀ ਹੁੰਦਾ ਹੈ? ਕਿ ਜਿਹੜਾ ਅੱਜ ਨਹੀਂ ਹੈ ਪਰ ਉਹ ਚੀਜ਼ ਨੂੰ ਪਹਿਲੇ ਹੀ ਦੇਖ ਲਵੇ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਵਿਸ਼ਵਾਸ ਸਾਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਜੋ ਅੱਜ ਸਾਨੂੰ ਨਜ਼ਰ ਨਹੀਂ ਨਾ ਆ ਰਿਹਾ, ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ, ਜੋ ਅੱਜ ਸਾਡੇ ਕੋਲ ਨਹੀਂ ਹੈ। ਵਿਸ਼ਵਾਸ ਕਰਾਂਗੇ ਤਾਂ ਵਿਸ਼ਵਾਸ ਸਾਨੂੰ ਉੱਥੇ ਲੈ ਜਾਏਗਾ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਇਹ ਵਿਸ਼ਵਾਸ ਹੈ। ਜਿੱਦਾਂ ਕਈ ਵਾਰ ਦੱਸੀ ਦਾ ਇੱਕ ਬੱਚਾ ਸੋਚਦਾ ਮੈਂ ਡਾਕਟਰ ਬਣਨਾ, ਹਾਲੇ ਤਾਂ ਪਹਿਲੀ 'ਚ ਪੜ੍ਹ ਰਿਹਾ, ਦੂਜੀ 'ਚ ਪੜ੍ਹ ਰਿਹਾ ਹੈ, ਪਰ ਉਹਦਾ ਵਿਸ਼ਵਾਸ ਮੈਂ ਬਣਨਾ ਹੈ। ਉਹ ਵਿਸ਼ਵਾਸ ਨਾਲ ਮਿਹਨਤ ਕਰਦਾ ਚਲਾ ਜਾਂਦਾ ਤੇ ਇੱਕ ਦਿਨ ਉੱਥੇ ਕੁਰਸੀ ਤੱਕ ਪਹੁੰਚ ਵੀ ਜਾਂਦਾ ਕਿ ਭਾਈ ਮੈਂ ਵਿਸ਼ਵਾਸ ਕੀਤਾ ਸੀ, ਅੱਜ ਬਣ ਗਿਆ। ਸੋ ਇਹ ਦੱਸਣਾ ਚਾਹੁੰਦੇ ਵਿਸ਼ਵਾਸ ਬਹੁਤ ਬੜੀ ਤਾਕਤ ਹੈ ਜੋ ਸਾਨੂੰ ਹਰ ਦੁੱਖ ਚੋਂ, ਹਰ ਮੁਸ਼ਕਿਲ ਚੋਂ ਕੱਢਦੀ ਹੈ। ਔਰ ਇਹ ਕੰਮ ਜੋ ਮਾਈਕਲ ਐਂਜਲੋ ਦਾ ਸੀ ਨਾ, ਮੂਰਤੀਕਾਰ ਦਾ ਕੰਮ ਸੀ ਕਿ ਪੱਥਰ ਨੂੰ ਦੇਖ ਕੇ ਪਹਿਲੀ ਛਵੀ ਬਣਾ ਲਈ ਕਿ ਇਹਦੇ ਅੰਦਰੋਂ ਕੀ ਪ੍ਰਗਟ ਹੋ ਸਕਦਾ ਹੈ। ਇਸੇ ਤਰ੍ਹਾਂ ਬੁੱਲੇ ਸ਼ਾਹ ਕਹਿੰਦੇ ਹੈ ਕਿ ਜੋ ਜਾਰੀ ਜਗ ਦੇ ਨਾਲ ਲਾਵੇ ਉਹ ਦਰ ਦਰ ਧੱਕੇ ਖਾਵੇਗੀ, ਕਰ ਇਸ਼ਕ ਫਕੀਰਾਂ ਨਾਲ ਰੂਹੇ ਤੇਰੀ ਗੱਲ ਵਿਗੜੀ। ਇਹ ਵਿਗੜੀਆਂ ਗੱਲਾਂ ਕਦੋਂ ਬਣਨਗੀਆਂ? ਜਦੋਂ ਫਕੀਰਾਂ ਦੇ ਨਾਲ। ਹੁਣ ਇੱਕ ਪੱਥਰ ਦੇ ਨਾਲ ਯਾਰੀ ਲਾਏਗਾ ਤਾਂ ਪੱਥਰ ਹੀ ਰਹਿਣਾ ਹੈ, ਪਰ ਉਹ ਪੱਥਰ ਮੂਰਤੀਕਾਰ ਨਾਲ ਯਾਰੀ ਲਾਏਗਾ ਤਾਂ ਪੱਥਰ ਤੋਂ ਭਗਵਾਨ ਦੀ ਪ੍ਰਤਿਮਾ ਬਣ ਜਾਏਗਾ, ਯਾਨੀ ਉਹਦੀ ਕੀਮਤ ਪੈ ਜਾਏਗੀ। ਤਾਂ ਹੀ ਤਾਂ ਕਹਿੰਦੇ ਨਾ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਉੱਚਿਆਂ ਦੇ ਸੰਗ ਲਾਈ। ਉੱਚਿਆਂ ਨਾਲ ਲਾਵਾਂਗੇ ਤਾਂ ਫੇਰ ਹੀ ਉੱਚੇ ਸਾਨੂੰ ਵੀ ਉੱਚੀ ਜਗ੍ਹਾ ਲੈ ਜਾਣਗੇ। ਤਾਂ ਜੇ ਜਾਰੀ ਆਪਣੇ ਤੋਂ ਨੀਵਿਆਂ ਨਾਲ ਲਾਵਾਂਗੇ ਤਾਂ ਜੇ ਅਸੀਂ ਉੱਚੇ ਨਾ, ਉਹਨਾਂ ਸਾਨੂੰ ਵੀ ਥੱਲੇ ਹੀ ਖਿੱਚਣਾ ਹੈ। ਕਿਉਂਕਿ ਜਿੱਦਾਂ ਦੇ ਸਾਡੇ ਯਾਰ ਹੋਣੇ ਆ ਉਦਾਂ ਦਾ ਸਾਡਾ ਜੀਵਨ ਹੋਣਾ ਹੈ। ਤੁਸੀਂ ਕਦੀ ਗੌਰ ਕਰਨਾ, ਕਦੀ ਵਿਚਾਰ ਕਰਕੇ ਦੇਖਣਾ ਕਿ ਜਿਹੜਾ ਨਸ਼ਾ ਕਰਨ ਵਾਲਾ ਨਾ ਉਹਦੇ ਜ਼ਿਆਦਾ ਯਾਰ ਅਮਲੀ ਹੋਣਗੇ, ਤਾਂ ਜਿਹੜਾ ਬੰਦਾ ਨਾ ਫਿੱਟ ਹੈ, ਐਕਸਰਸਾਈਜ਼ ਕਰਨ ਵਾਲਾ, ਉਹਦੇ ਜ਼ਿਆਦਾ ਯਾਰ ਦੋ ਜਿਮ ਜਾਣ ਵਾਲੇ ਹੋਣਗੇ। ਉਹਨਾਂ ਨਾਲ ਹੀ ਗਰੁੱਪ ਹੋਏਗਾ, ਚੱਲ ਬਈ ਐਕਸਰਸਾਈਜ਼ ਕਰਨੀ ਹੈ, ਰਨਿੰਗ ਕਰਨੀ ਹੈ, ਦੌੜਨ ਜਾਣਾ ਹੈ। ਦੌੜਨ ਜਾਣ ਵਾਲੇ ਦਾ ਆਪਣਾ ਗਰੁੱਪ ਹੁੰਦਾ ਹੈ, ਤਾਂ ਭੰਗ ਪੀਣ ਵਾਲਿਆਂ ਦਾ ਆਪਣਾ ਗਰੁੱਪ ਹੁੰਦਾ ਹੈ। ਗਰੁੱਪ ਬਣੇ ਹੋਏ ਹੁੰਦੇ ਕਿਉਂਕਿ ਜਿੱਦਾਂ ਦੀ ਯਾਰੀ ਹੈ ਸੰਗਤ ਵੀ ਫਿਰ ਉਦਾਂ ਦੀ ਹੋਣੀ ਹੈ। ਹੁਣ ਇਹ ਸੋਚ ਕੇ ਅਸੀਂ ਯਾਰੀ ਲਾਣੀ ਕਿ ਜੇ ਮੈਂ ਆਪਣੇ ਜੀਵਨ ਨੂੰ ਉਠਾਣਾ ਆ ਤਾਂ ਮੇਰੀ ਯਾਰੀ ਉੱਚਿਆਂ ਨਾਲ ਲੱਗਣੀ ਚਾਹੀਦੀ ਹੈ, ਜੋ ਮੈਨੂੰ ਉੱਚੇ ਵਿਚਾਰ ਦੇਣ, ਜੋ ਮੈਨੂੰ ਉੱਚੇ ਵਿਚਾਰ ਦੇਣ, ਉੱਚੀ ਸਮਝ ਦੇਣ, ਜੋ ਮੇਰੀਆਂ ਕਮੀਆਂ ਨੂੰ ਸਮਝ ਕੇ ਉਹਨਾਂ ਕਮੀਆਂ ਨੂੰ ਦੂਰ ਕਰਨ। ਇਸ ਲਈ ਫਿਰ ਕਹਾਂਗੇ ਕਿ ਜੋ ਜਾਰੀ ਜਗ ਦੇ ਨਾਲ ਲਾਵੇ ਉਹ ਦਰ ਦਰ ਧੱਕੇ ਖਾਵੇਗੀ, ਕਰ ਇਸ਼ਕ ਫਕੀਰਾਂ ਨਾਲ ਰੂਹੇ ਤੇਰੀ ਗੱਲ ਵਿਗੜੀ ਬਣ ਜਾਵੇਗੀ। ਜੇ ਵਿਗੜੀਆਂ ਬਣਾਉਣੀਆਂ ਨਾ ਗੱਲਾਂ ਤਾਂ ਫਿਰ ਫਕੀਰਾਂ, ਰੱਬ ਦੇ ਪਿਆਰਿਆਂ ਨਾਲ ਯਾਰੀ ਲਾਈਏ, ਉੱਚਿਆਂ ਨਾਲ ਯਾਰੀ ਲਾਈਏ। ਸਮਝਦੇ ਹੋ ਕਿ ਨਹੀਂ? ਇਸੇ ਕਹਿੰਦੇ ਕਦੀ ਬੰਦ ਅੱਖੀਆਂ ਕਰ ਸੋਚੀ ਤੂੰ ਕੀ ਲੱਭਣਾ ਜਗ ਦੀਆਂ ਯਾਰੀਆਂ ਤੋਂ, ਲਾ ਯਾਰੀ ਨਾਲ ਫਕੀਰਾਂ ਦੇ ਤੇ ਆਪਣੀ ਮੰਜ਼ਿਲ ਪਾਵੇਂਗੀ। ਜੇ ਤੇਰੀ ਕੋਈ ਮੰਜ਼ਿਲ ਹੈ ਨਾ, ਤੇਰਾ ਕੋਈ ਸੁਪਨਾ ਹੈ, ਚਾਹੇ ਰੂਹਾਨੀਅਤ ਦਾ ਚਾਹੇ ਦੁਨਿਆਵੀ ਹੈ, ਦੁਨਿਆਵੀ ਸੁਪਨਾ ਮੈਂ ਕਾਮਯਾਬ ਹੋਣਾ ਚਾਹੁੰਦਾ, ਮੈਂ ਸਫਲ ਹੋਣਾ ਚਾਹੁੰਦਾ, ਮੈਂ ਉਹ ਕੰਟਰੀ ਜਾਣਾ ਚਾਹੁੰਦਾ, ਮੈਂ ਇਦਾਂ ਹੋਣਾ ਚਾਹੁੰਦਾ ਹਾਂ, ਕਿ ਜੇ ਕੋਈ ਵੀ ਤੇਰਾ ਸੁਪਨਾ ਹੈ ਤਾਂ ਫਿਰ ਕਹਿੰਦੇ ਉਹ ਰੱਬ ਦੇ ਪਿਆਰਿਆਂ ਨਾਲ ਯਾਰੀ ਲਾਏਗਾ। ਤਾਂ ਇਹ ਗੱਲ ਯਾਦ ਰੱਖੋ, ਜਦੋਂ ਰੱਬ ਦੇ ਪਿਆਰਿਆਂ ਨਾਲ ਯਾਰੀ ਲਾਂਦਾ ਤਾਂ ਬੰਦੇ ਦਾ ਹਰ ਸੁਪਨਾ ਪੂਰਾ ਹੁੰਦਾ ਚਲਾ ਜਾਂਦਾ। ਕਿਉਂ? ਕਿਉਂਕਿ ਜਦੋਂ ਰੱਬ ਦੇ ਪਿਆਰਿਆਂ ਨਾਲ ਯਾਰੀ ਲੱਗਦੀ ਹੈ ਤਾਂ ਰੱਬ ਵੀ, ਉਹਦੀਆਂ ਰਹਿਮਤਾਂ ਵੀ ਹਰ ਕਦਮ ਤੇ ਬੰਦੇ ਨੂੰ ਸੰਭਾਲਦੀਆਂ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਟਾਈਮ ਕਾਫੀ ਹੋ ਗਿਆ, ਹੁਣ ਸਤਸੰਗ ਨੂੰ ਆਖਰਲੇ ਵਚਨਾਂ ਦੀ ਤਰਫ ਲੈ ਕੇ ਜਾਣਾ ਹੈ, ਕਿਉਂਕਿ ਬੱਚਿਆਂ ਨੇ ਕੁਝ ਸਕੂਲਾਂ 'ਚ ਵੀ ਜਾਣਾ ਹੈ। ਇਸ ਲਈ ਇਹ ਪ੍ਰਭਾਤ ਫੇਰੀ ਹੈ। ਫਿਰ ਕਦੀ ਮਾਲਕ ਨੇ ਚਾਹੇ ਸਤਸੰਗ ਵੀ ਹੋਏਗਾ, ਅੱਜ ਵੀ ਵੈਸੇ ਸਤਸੰਗ ਹੀ ਹੈ, ਕਿਉਂਕਿ ਹੁਣੇ ਪਰਿਵਾਰ ਨੇ, ਅਸ਼ੋਕ ਨੇ ਅੰਦਰ ਬੇਨਤੀ ਕੀਤੀ ਮਾਲਕੋ ਸਾਲ 'ਚ 2 ਵਾਰ ਪ੍ਰਭਾਤ ਫੇਰੀਆਂ ਹੁੰਦੀਆਂ, ਮੈਨੂੰ 2 ਵਾਰ ਪ੍ਰਭਾਤ ਫੇਰੀ ਡੇਟ ਅੱਜ ਹੀ ਦੇ ਦਿਓ, ਤਾਂ ਕਿ ਅਕਤੂਬਰ 'ਚ ਵੀ ਪ੍ਰਭਾਤ ਫੇਰੀ ਹੈ। ਠੀਕ ਹੈ, ਕੋਈ ਨਹੀਂ, ਉਹ ਟਾਈਮ ਆਉਣ 'ਤੇ ਦੇ ਦੇਵਾਂਗੇ, ਟਾਈਮ ਆਉਣ 'ਤੇ ਦੇ ਦੇਵਾਂਗੇ, ਕਿਉਂਕਿ ਪਿਆਰ ਹੁੰਦਾ ਹੈ ਅੰਦਰ। ਇਸ ਲਈ ਹੁਣ ਅੱਜ ਹੀ ਇਹ ਬੁੱਲੇ ਸ਼ਾਹ ਦੀ ਗੱਲ ਤੇ ਇਹਨੂੰ ਸਮਝੀਏ ਤਾਂ ਫਿਰ ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਚੱਲੀਏ ਕਿ ਲਾ ਯਾਰੀ ਨਾਲ ਫਕੀਰਾਂ ਦੇ ਤੇ ਆਪਣੀ ਮੰਜ਼ਿਲ ਪਾਵੇਂਗੀ। ਹੁਣ ਤੁਹਾਡੀ ਮੰਜ਼ਿਲ ਕੀ ਹੈ? ਸੋਚੋ ਆਪਣੇ ਅੰਦਰ, ਮੈਂ ਇੱਥੇ ਪਹੁੰਚਣਾ ਚਾਹੁੰਦਾ ਹਾਂ। ਸੋਚੋ ਪਹਿਲਾਂ, ਹੁਣ ਸੋਚ ਲਿਆ, ਹੁਣ ਇਹ ਦੇਖੋ, ਜਿੱਦਾਂ ਫਰਜ਼ ਕਰੋ ਇੱਕ ਬੰਦਾ ਸੋਚਦਾ ਹੈ, ਉਦਾਹਰਨ ਦੇ ਰਹੇ ਹਾਂ, ਇੱਕ ਬੰਦਾ ਸੋਚਦਾ ਹੈ ਕਿ ਭਾਈ ਮੈਂ ਕਿਸੇ ਨਾ ਬਾਹਰਲੀ ਕੰਟਰੀ ਜਾਣਾ ਹੈ, ਨਾਮ ਕੋਈ ਵੀ ਲੈ ਲਓ, ਇੰਗਲੈਂਡ ਲੈ ਲਓ, ਅਮੀਰ। ਹੁਣ ਬੰਦਾ ਸੋਚ ਕਿੱਦਾਂ ਜਾ ਰਿਹਾ? ਬੈਲ ਗੱਡੀ 'ਚ ਬਹਿ ਕੇ ਜਾ ਰਿਹਾ ਹੈ। ਭਾਈ ਇਹ ਲੈ ਜਾਏਗੀ ਤੈਨੂੰ? ਤੇਰੀ ਸੋਚ ਤਾਂ ਬਾਹਰ ਜਾਣ ਦੀ ਹੈ, ਪਰ ਬੈਠਾ ਤੂੰ ਬੈਲ ਗਾਡੀ 'ਚ ਹੈ। ਇਹਨਾਂ ਤੈਨੂੰ ਉੱਥੇ ਨਹੀਂ ਲੈ ਕੇ ਜਾਣਾ, ਕਿਉਂਕਿ ਜੇ ਸਾਡੀ ਮੰਜ਼ਿਲ ਵੱਡੀ ਹੈ ਨਾ, ਜਾਂ ਅਸੀਂ ਜਾਣਾ ਜਿੱਥੇ ਚਾਹੁੰਦੇ, ਇਹ ਦੇਖੋ ਜੋ ਮੈਂ ਕਰਮ ਕਰ ਰਿਹਾ, ਜੋ ਮੇਰੀਆਂ ਆਦਤਾਂ ਆ, ਕਿ ਇਹ ਮੈਨੂੰ ਉੱਥੇ ਪਹੁੰਚਾਉਣ ਵਾਲੀਆਂ ਹੈ ਜਾਂ ਮੇਰੀ ਲਾਈਫ ਨੂੰ ਪਿੱਛੇ ਕਰਨ ਵਾਲੀਆਂ ਹੈ।
समझते हो कि नहीं? एक बंदा सोचता मैं जीवन च कामयाब होना है, जे कामयाब होना तो मेरिया आदत कामयाब होने वालियां है या कादियां आदत कि रात को 12-1 बजे तक ना मोबाइल से लगा, टीवी देख रहे हैं, फिल्मां देख रहे हैं, तो सवेरे 8 बजे सुता उठदा है, तो सुता उठ के कहना देखी मैं कामयाब होकर दिखाना। भाई इदा आ कामयाब होने वाली आदत है, क्योंकि कामयाब होने वाले लेट नाइट तक नहीं जागते, कामयाब होने वाले शाम को जल्दी, रात को जल्दी सोंदे ते सवेरे 4-4:30 तक जागते हैं। जिदा तुसी किसी भी कामयाब इंसान की जिंदगी बारे पढ़ो, चाहे खिडारी है, चाहे कोई अभिनेता है, और चाहे वो कोई बिजनेसमैन है, 5 बजे तो पहला सारे उठ जाते हैं। बोलो समझते हो कि नहीं? पढ़ के देखो, रोनाल्डो का इत्थे तक कहता जो फुटबालर है वो कहता दुनिया जो 6 बजे सुती उठती है, 7 बजे सुती उठती, तो मैं 4 बजे ग्राउंड में प्रैक्टिस करता हूँ। जो फुटबालर है रोनाल्डो कहता मैं 4 बजे प्रैक्टिस करता हूँ। और एक ना बहुत बड़ा तैराक है जिन्हें किन्ने गोल्ड मैडल जिते, उन्होंने पूछा तुहाडी कामयाबी का राज की है कि तुसी हर बार गोल्ड मैडल जितते हो? कहता मैं हर रोज 8 घंटे स्विमिंग पूल में प्रैक्टिस करता है। जो लोग सुते होंगे मैं जाके स्विमिंग पूल में प्रैक्टिस कर रहा हूं, क्योंकि कामयाब होने वास्ते मेहनत भी जरूरी है। बोलो समझते हो कि नहीं? हुण फर्ज करो, इन्हू इदां समझ लीए कि 2 ग्रुप है 10-10 बंदियां दे, दोनों ने पहाड़ की चोटी ते पहुंचना है, शाम को दोनों सौंदे है, फिर एक ग्रुप तड़के 4 बजे जाके तुरना शुरू कर दिंदा है, तो दूजा ग्रुप हले सुता पिया है। वो तड़के 4 वाला ग्रुप तुरना शुरू कर देता है उन्हें, वो तड़के 4-4:30 कहते चलो भाई गर्मी बहुत हो जाती, सूरज बहुत तेज हो जाता, चलिए। दूजा ग्रुप सुता पिया, आराम ना उठावे, जो उठते हैं तो सूरज चढ़िया होंगे है, फिर वो ग्रुप वाले कहते यार गर्मी बहुत है, थोड़ी ठंड जी हो जाए ना फिर चलांगे, थोड़ा रास्ता आसान जहा हो जाए। हुण ये सोचते रह जाते क्योंकि लेट उठन की वजह नाल, तो दूजा ग्रुप जो तड़के का तुरिया है वो अध पार भी कर जाता है। बोलो समझते हो कि नहीं? तो फिर की होंदा है, ये जो ग्रुप है वो देखो वो पहुंच गए, वो पहुंच लिया भी इन्हें किस्मत बड़ी चंगी है, रब इन्हों का साथ देने वाला है, इन्हें तो किस्मत करके पहुंच गए उत्थे। ये किस्मत की गल है सारी, साडी किस्मत ही खराब है, इन्हों की किस्मत चंगी है। हमेशा जो कामयाबी की बुलंदी ते पहुंचा बंदा किस्मत वाला है, साडी किस्मत माड़ी, किस्मत साडा साथ नहीं देंदी, किस्मत ने वो साथ किस्मत की गल नहीं है, ये गल सारी विश्वास और मेहनत की है कि मैनू अपने रब ते विश्वास है, मैं मेहनत करने को तैयार हाँ। तो विश्वास करने वाले अपनी किस्मत आप ही लिख देंगे हैं। जिदा असीं परसों के सत्संग दसिया सी ना, इशारा किया सी कि जूं ही तेरा हुण गौर करना, एक ख्वाहिशां दे फुल हुंदे ना कि जूं ही नहीं गिरते ख्वाहिशों के फूल झोली में, कर्मों की शाख को खुद ही हिलाना होगा। शाख यानी डाली, जैसी कोई फुल चाहते फल चाहते तो उदन ही मिल जाना सानू, उहदे वास्ते सानू उह डाली नूं हिलाना पैना या फल ते चोट करनी पैनी कि आ जा भाई, तोड़ना पैना उहनूं, बैठिया बिठाया सोची जाइए मिल जा मिल जा मिल जा, तो इदां नहीं मिलना। यूं ही नहीं गिरते ख्वाहिशों के फूल झोली में, कर्मों की शाख को खुद ही हिलाना होगा। कुछ नहीं होगा कोसने से किस्मत को, अपनी किस्मत का दिया खुद ही जलाना होगा। एक किस्मत नूं कोसन ना कुछ नहीं होना, मेरी किस्मत माड़ी सी तां मैं तरक्की नहीं कर पाया, मेरी किस्मत इदां सी तां नहीं मैनूं कामयाबी मिली, ओहदी किस्मत चंगी सी वो चढ़ गया चढ़ाई, तो मेरी किस्मत माड़ी है मैं इत्थे बैठा रह गया। वो किस्मत नहीं, उन्होंने सही समय सही शुरुआत की तो कामयाब हो गए, और तू सही समय सुता पिया सी, तू मेहनत ही नहीं की तो फिर तू कामयाब कितना हो सकता है? हुण एक बच्चा अच्छे नंबर लैके पास हो जाता है क्योंकि सही समय जागदा है, मेहनत करता, तो एक बच्चा वो मेहनत करते समय सुता हुंदा है, मेहनत करन दे समय खेडदा हुंदा है, मेहनत करन दे समय मोबाइल लैके बैठा हुंदा है, एक दूजे नूं मैसेज सेंड करता है, तो फिर वो की कहता है वो तो किस्मत चंगी सी तां पास हो गया, मेरी किस्मत ही माड़ी है। जरा समझना सारिਆਂ ने, कई बच्चे पता की कह देंगे हैं फेल तां हो गए क्योंकि सवाल बड़े औखे सी। अच्छा जे सवाल औखे होंगे तो बाकी बच्चे पास किदां हो गए, तू ही क्यों फेल होया? सवाल औखे नहीं सी, दरअसल तेरी तैयारी नहीं सी। जे तू भी तैयारी की होंगी, जो तैयार बंदा होवे ना उहदे वास्ते औखा काम भी सौखा हो जाता प्रैक्टिस करन नाल, तो जो तैयारी ना करे उन्होंने तो फिर सौखा काम भी औखा ही लगता है। लगता कि नहीं? नींद आ रही है? चलो हम सत्संग की समाप्ति करिए क्योंकि तड़के दे उठे हो, 3 बजे दे उठे हो, सानू पता एडी दूरों आना, फिर इसलिए हम आखिरले वचन की तरफ चलिए। कुछ नहीं होगा कोसने से किस्मत को, अपनी किस्मत का दिया खुद ही। ये ऊंचाई ते पहुंचना तो उच्चिया ना यारी लाइए, फिर ही बांह फड़ के अगे लैके जाएंगे सानू, समझते हो कि नहीं? अपने तो थले ना यारी लावांगे। हुण फर्ज करो 5वीं क्लास का बच्चा चौथी वाले ना यारी लावे तो चौथी वाले ने की सिखाना उन्होंने?
ਤਾਂ ਜੇ 5ਵੀਂ ਕਲਾਸ ਵਾਲਾ ਬੱਚਾ 10ਵੀਂ ਕਲਾਸ ਵਾਲੇ ਨੇ ਯਾਰੀ ਲਾਵੇ ਤਾਂ 10ਵੀਂ ਵਾਲਾ ਨੂੰ ਬਹੁਤ ਕੁਝ ਸਿਖਾ ਸਕਦਾ ਹੈ, ਸਮਝਾ ਸਕਦਾ ਹੈ ਕਿ ਭਾਈ ਆਹ ਸਵਾਲ ਆ ਸਕਦੇ ਹੈ, ਆਹ ਹੱਲ ਇਦਾਂ ਹੋ ਸਕਦਾ ਹੈ, ਕਿਉਂਕਿ ਉੱਚਿਆਂ ਨਾਲ ਯਾਰੀ ਲਾਵਾਂਗੇ ਤਾਂ ਸਾਨੂੰ ਉਹ ਬਾਂਹ ਫੜ ਕੇ ਉੱਚੀ ਜਗ੍ਹਾ ਲੈ ਕੇ ਜਾਣਗੇ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਥੱਲੇ ਹੋ, ਕੋਈ ਉੱਚੇ ਆ, ਉੱਤੇ ਹੈ, ਜੇ ਤੁਸੀਂ ਕਹੋਗੇ ਹੱਥ ਫੜ ਲੈ ਤਾਂ ਫਿਰ ਕੀ ਹੋਏਗਾ? ਹੱਥ ਫੜ ਕੇ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗਾ। ਤਾਂ ਜਿਹੜਾ ਥੱਲੇ ਗਿਰਿਆ ਹੋਵੇ, ਹੁਣ ਗੌਰ ਕਰਨਾ, ਉਹ ਸਾਨੂੰ ਉੱਚੀ ਜਗ੍ਹਾ ਨਹੀਂ ਲਿਜਾ ਸਕਦਾ। ਹਾਂ, ਅਸੀਂ ਉਹਨੂੰ ਆਪਣੀ ਜਗ੍ਹਾ ਤੇ ਲਿਜਾ ਸਕਦੇ ਹਾਂ, ਪਰ ਉਸ ਤੋਂ ਉੱਚਾ ਅਸੀਂ ਨਹੀਂ ਜਾ ਸਕਦੇ। ਸੀ ਤਾਂ ਪਹਿਲੇ ਉੱਥੇ ਖੜੇ। ਇਸ ਲਈ ਜੇ ਅੱਗੇ ਵਧਣਾ ਹੈ ਤਾਂ ਹਮੇਸ਼ਾ ਆਪਣੀ ਯਾਰੀ ਉੱਚੀ ਜਗ੍ਹਾ ਲਾ। ਉੱਚੀ ਜਗ੍ਹਾ ਦਾ ਮਤਲਬ ਜਿਹਨਾਂ ਦੀ ਸੋਚ ਉੱਚੀ ਹੋਵੇ, ਵਿਚਾਰ ਉੱਚੇ ਹੋਵੇ। ਕੋਈ ਪੈਸੇ ਨਾਲ ਉੱਚਾ ਨਹੀਂ ਹੋ ਜਾਂਦਾ, ਕੋਈ ਗੱਡੀਆਂ ਨਾਲ ਉੱਚਾ ਨਹੀਂ ਹੋ ਜਾਂਦਾ, ਕੋਈ ਕੋਠੀਆਂ ਨਾਲ ਉੱਚਾ ਨਹੀਂ ਹੋ ਜਾਂਦਾ ਕਿ ਮੇਰਾ ਘਰ ਦੀ ਕੋਠੀ ਨੀਵੀਂ ਹੈ ਤਾਂ ਉਹਦੀਆਂ 2 ਮੰਜ਼ਿਲਾਂ, ਉਹਦੀ ਕੋਠੀ ਉੱਚੀ, ਨਾ ਯਾਰੀ ਲਾਵਾਂ। ਨਹੀਂ, ਕਿਉਂਕਿ ਮਕਾਨ ਜਿੰਨਾ ਮਰਜ਼ੀ ਉੱਚਾ ਹੋਵੇ ਪਰ ਜੇ ਸੋਚ ਹੀ ਨੀਵੀਂ ਹੈ ਤਾਂ ਫਿਰ ਕੀ ਕਰਨਾ? ਗੱਡੀ ਜਿੰਨੀ ਮਰਜ਼ੀ ਬੜੀ ਹੋਵੇ, ਮਕਾਨ ਜਿੰਨਾ ਬੜਾ ਮਰਜ਼ੀ ਹੋਵੇ ਪਰ ਦਿਲ ਹੀ ਛੋਟਾ ਹੈ ਤਾਂ ਕੀ ਕਰਨਾ? ਕਿਉਂਕਿ ਰੱਬ ਜਾਂ ਰੱਬ ਦੀਆਂ ਰਹਿਮਤਾਂ ਕਿਹਨਾਂ ਨੂੰ ਮਿਲਦੀਆਂ? ਵੱਡੀ ਗੱਡੀ ਦੇਖ ਕੇ ਨਹੀਂ, ਵੱਡਾ ਮਕਾਨ ਦੇਖ ਕੇ ਨਹੀਂ, ਬੜਾ ਦਿਲ ਹੋਣਾ ਚਾਹੀਦਾ ਹੈ। ਦਿਲ ਸੱਚਾ ਹੋਣਾ ਚਾਹੀਦਾ, ਦਿਲ 'ਚ ਪਿਆਰ ਹੋਣਾ ਚਾਹੀਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਫਿਰ ਕਵਾਂਗੇ ਕਿ ਅਗਰ ਜੀਵਨ 'ਚ ਮੁਸ਼ਕਿਲ है, परेशानी है, तो डरना नहीं है, फिक्र नहीं करनी कोई भी, क्योंकि इन्हीं रातों के दामन से सुनहरा कल भी निकलेगा। अगर अज जीवन च दुखों की रात है तो अपने मालिक पे भरोसा रखना है, क्योंकि मेरा मालिक है मेरे साथ तो मुश्किलों का, कह दे हुण आखिरले वचन ये, हुण तुसीं बोलना, मेरा मालिक है मेरे साथ तो मुश्किलों का हल भी निकलेगा। जे मेरे जीवन च कोई मुश्किल है तो मैनू विश्वास है मेरा मालिक मेरे नाल है। जे वो मेरी बांह फड़ के तुरिया है तो मैनू वो डुबण नहीं दिंदा या फसण नहीं दिंदा, उन्हें लै जाना कढ़ के। मुश्किल आई भी है, तूफान आए भी है, रास्ता चाहे जिन्ना मर्जी घुमाओ फिराओ वाला है, घुमाओदार है, पर मैनू यकीन है वो मैनू हर मुश्किल चों कढ़ के मंजिल तक लैके जाएगा। मेरा मालिक है मेरे साथ तो मुश्किलों का हल भी निकलेगा। जमीन बंजर हुई तो क्या, यहां से जल भी निकलेगा। बेशक लोग कहते जमीन बंजर है, इत्थे नहीं कुछ होना, और जो उसकी रहमत हो जाए तो बंजर जमीन अंदरों भी पानी निकल आता है। आंदा है कि नहीं? कहते ना, सो धरत पई हरियावली जिथे मेरा, गल तो उसदी रहमतां दी है। उसदी रहमत हो जाए तो बंजर जमीन ते भी हरी हरी घास उग आती है, उत्थे भी बेल बूटे उग आते हैं, उत्थे भी फुल खिल जाते हैं जो उसदी कृपा होती है। इसलिए उसदी रहमत चाहे तो सब कुछ कर सकती है, क्योंकि हर चीज उसदी रहमत नाल ही तो बनी है। समझते हो कि नहीं? इसलिए जमीन बंजर हुई तो क्या, की होया जे मेरे जीवन च अज बंदा कहता खुशियां नहीं है, शांति नहीं है, सुकून नहीं है, कोई नहीं। जे तेरे जीवन की जमीन बंजर भी है ना, अपने मालिक ते विश्वास रख, ये जमीन के अंदरों ही, यानी तेरे जीवन अंदरों खुशियां दा वो मिठा जल भी निकलेगा। ना हो मायूस, ना तू घबरा। ना मायूस होना तो ना ही घबराना है। क्यों? क्योंकि इन्हीं रातों के दामन से सुनहरा कल भी निकलेगा। रात चाहे जिन्नी मर्जी गहरी होवे, अपने मालिक पे विश्वास रखो, वो सूरज का प्रकाश भी आएगा। और जो सूरज की पहली किरण आती ना तो सारी रात का अंधकार, सारी रात का अंधकार ऐदा पलां जी खत्म हो जाता है। इसलिए बस भरोसा रखना अपने मालिक पे। हुण कह दिओ फिर कि जे मेरे जीवन कोई मुश्किल है, कोई परेशानी है, किसी तरह का भी कोई डर है, तो अज तो मैं ना डरना है, ना फिक्र करनी है, ना ही घबराना है, क्योंकि मेरा मालिक मेरे है कि नहीं? मानते हो कि नहीं? क्योंकि गल विश्वास दी है, जे मन लिया तो नाल है, तो जे कहते है नहीं रब तो फिर भाई है नहीं, तेरे वास्ते है नहीं। हुण कई बार बंदा कहता है नहीं सूरज कित्थे है, मैनूं तो दिखदा नहीं। वो भाई अखां खोल, वो तो है, तू ही अखां बंद करके बैठा है। समझदे हो कि नहीं? हुण जरा कर लो, अखां बंद हो, दूजे मैं नहीं मानता सूरज है, मैं तो दिखदा नहीं किते, तो हुण तेरियां अखां बंद करन ये थोड़ी वो है नहीं हो जाना। कई कहते ना है नहीं रब, है नहीं कोई ओहदियां रहमतां, एवें ही बस गल्लां ही हुंदियां फकीरां संतां फकीरां दी, है नहीं किते, कई मनमुखी हुंदे। बोलो समझदे हो कि नहीं? पर हुण बंदा सोचे भाई तेरियां अखां बंद है, तो हुण तू जिन्ना मर्जी सूरज नूं इनकार करी जा, तो ये तेरे अखां बंद करके वो सूरज का होना ना होने च नहीं बदल जाना। वो तो है, वो सच है, आद सच जुगाद सच है भी सच, नानक होसी भी सच। तू मनना मन, नहीं मनना ना मन। समझदे हो कि नहीं? क्योंकि कई हुंदे है, उन्हां दी मत इदां दी हुंदी, वो जिन्ना मर्जी समझाओ वो समझते नहीं है। तो जिन्हां ने समझना होवे उन्हां वास्ते एक इशारा भी काफ़ी हुंदा है। उन्होंने पता है कि जो है उन्होंने मैं बदल नहीं सकता, उन्होंने मैं टाल नहीं सकता,
क्योंकि बस उत्ते विश्वास करके ਉਹਦਾ फायदा ਉਹਦਾ लाभ मैं जरूर ਲੈ ਸਕਦਾ ਹਾਂ। क्योंकि एक गल याद रखो, रब ਦਾ इनकार करके सानू कुछ नहीं हासिल होना, बल्कि जे ਅਸੀਂ ਉੱਤੇ विश्वास करांगे तो बहुत कुछ हासिल कर सकते हैं। क्योंकि विश्वास ਕਰਨ ਵਾਲਿਆਂ ਦੇ ਨਾਲ ਹੀ ਉਹਦੀ ਰਹਿਮਤ ਜੁੜਦੀ ਹੈ। ਹੁਣ ਜਿਹਨੂੰ ਵਿਸ਼ਵਾਸ ਹੁੰਦਾ ਨਾ ਮੇਰਾ ਮਾਲਿਕ ਮੇਰੇ ਨਾਲ ਹੀ, ਕਹਿੰਦੇ ਲਓ ਉਹਦੇ ਸਾਹਮਣੇ ਕੋਈ ਵੀ ਮੁਸ਼ਕਿਲ ਹੋਵੇ ਨਾ, ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹੋ ਜਾਂਦਾ ਇੱਕ ਵਿਸ਼ਵਾਸ ਨਾਲ ਕਿ ਮੈਂ ਇਕੱਲਾ ਨਹੀਂ ਆ, ਮੇਰਾ ਮਾਲਿਕ ਮੇਰੇ। ਕਿੰਨਾ ਹੌਸਲਾ ਮਿਲਦਾ ਉਹਨੂੰ। ਇਸ ਲਈ ਤਾਂ ਹੀ ਕਿਹਾ ਤੁਸੀਂ ਵੀ ਵਿਸ਼ਵਾਸ ਰੱਖਣਾ ਹੈ, ਹੌਸਲਾ ਰੱਖਣਾ ਹੈ, ਹਰ ਮੁਸ਼ਕਿਲ ਦਾ ਹੱਲ ਮਿਲੇਗਾ ਤੁਹਾਨੂੰ, ਹਰ ਮੁਸ਼ਕਿਲ ਦਾ ਹੱਲ ਹੋਏਗਾ। ਬਸ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ। ਔਰ ਜਿੱਦਾਂ ਦੱਸਿਆ ਕਾਮਿਲ ਮੁਰਸ਼ਿਦ ਨਾਲ ਯਾਰੀ ਲਾਣੀ ਹੈ, ਯਾਰੀ ਨਾਲ ਫਕੀਰਾਂ ਦੇ ਤੇ ਆਪਣੀ ਮੰਜ਼ਿਲ ਪਾਵੇਂਗੀ। ਜੇ ਆਪਣੀ ਮੰਜ਼ਿਲ ਨੂੰ ਪਾਣਾ ਤਾਂ ਚੈੱਕ ਕਰੋ ਮੇਰੀ ਯਾਰੀ ਫਕੀਰਾਂ ਨਾਲ ਹੈ, ਉੱਚਿਆਂ ਨਾਲ ਹੈ, ਜਾਂ ਮੇਰੀ ਯਾਰੀ ਕਿਹਨਾਂ ਨਾਲ ਹੈ। ਕਿਉਂਕਿ ਜਿੱਦਾਂ ਦੱਸਿਆ ਹੈ ਕਿ ਨਸ਼ੇ ਵਾਲਿਆਂ ਨਾਲ ਯਾਰੀ ਲਾਉਣ ਵਾਲੇ ਨਸ਼ੇੜੀ ਬਣ ਜਾਂਦੇ ਹੈ, ਤਾਂ ਅੱਛੀ ਜਗ੍ਹਾ ਯਾਰੀ ਲਾਉਣ ਵਾਲੀ ਹੌਲੀ ਹੌਲੀ ਅੱਛੇ ਜੀਵਨ 'ਚ ਅੱਛੇ ਬਣ ਜਾਂਦੇ। ਸੋ ਅੱਛੀ ਜਗ੍ਹਾ ਯਾਰੀ ਲਾਣੀ ਹੈ ਅਸੀਂ, ਤਾਂ ਫਿਰ ਸਾਡੇ ਜੀਵਨ 'ਚ ਕਾਮਯਾਬੀ ਆਏਗੀ, ਸਫਲਤਾ ਆਏਗੀ, ਖੁਸ਼ੀਆਂ ਆਉਣਗੀਆਂ, ਫਿਰ ਕੋਈ ਕਮੀ ਨਹੀਂ ਰਹਿ ਜਾਏਗੀ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।